सतगुरु सच्चे पातशाह जी की साजी नवाजी गुरु साध संगत जी साहिबां दी पावन पवित्र फतेह प्रवान करनी जी। वाहिगुरु जी का गुरु खालसा जी का खालसा वाहिगुरु जी की फतेह। वाहेगुरु जी की फतेह। बहुत ही बड़े भागा वाले हैं आप सारे जो धन धन साहिब श्री गुरु ग्रंथ साहिब जी महाराज जी की लड़ीवार विचार सिद्ध गोष्ठ दी गुरु महाराज जी की बख्शिश सदका आपां 47वीं पौड़ी कल महाराज की बख्शिश सदका करके आए सी। गुरु महाराज कृपा करन अपने शब्दों की विचार महाराज आप कराउण आप सरवण कराउण। गुरु महाराज जी का इस शब्द नूं आपां ने कल विचारिया सी, सच भै राता गर्भ निवारै एको जाता सर्व शब्द विचार है। शब्द वसै सच अंतर हिया तन मन शीतल रंग रंगिया काम क्रोध बिख अगन निवारै नानक नदरी नदर प्यार। शब्द की विचार करते सी कि शब्द बहुत ताकतवर है। शब्द नाल इको मालिक नूं जानना ते इको शब्द जिहड़ा साडे विचों आउंदा अपना शब्द रब दा शब्द बन के घड़िया जावे ते महाराज कहंदे फिर भाई जिस वेले ऐसा शब्द साडे अंदर वसदा है फिर सच साडे अंतर हिरदे विच टिकदा है। तन ते मन शीतल हुंदा है इस रंग विच मालिक आप रंगदा है। काम ते क्रोध बिख अगन निवरती है खत्म होंदी है ते मालिक नदरी अपने नदर विच अपनी बख्शिश करते ने नदर दी नानक नदरी नदर प्यार। सो घट बैठे मालिक दी ये विचार जो सिद्धां नूं महाराज समझा रहे ने ते अपने वास्ते उपदेश है। ऐसी क्रिया नूं आपां विचार रहे हाँ। आओ अगे देखिए महाराज की उपदेश कर रहे ने। सिद्धां दा एक प्रश्न है, कवन मुख चंद हिवै घर छाया कवन मुख सूरज तपै तपाया कवन मुख काल जो हित नित रहै कवन बिद गुरमुख पत रहै कवन जोध जो काल संघारै भूलै बाणी नानक विचारै कवन जोध जो काल संघारै भूलै बाणी नानक विचारै। वाहिगुरु जी का खालसा वाहिगुरु जी की फतेह। ਇਹ ਪ੍ਰਸ਼ਨ ਸਿੱਧਾ ਨੇ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਾਉਣਾ ਕੀਤਾ ਹੈ ਕਿ ਮਹਾਰਾਜ ਕਿਹੜੇ ਅਵਸਥਾ ਦੇ ਨਾਲ ਜਿਹੜਾ ਚੰਦਰਮਾ ਹੈ ਇਹ ਸ਼ਾਂਤੀ ਦੇ ਘਰ ਵਿੱਚ ਟਿਕੇ। ਮਨ ਰੂਪੀ ਜੋ ਚੰਦਰਮਾ ਹੈ, ਦੇਖੋ ਚੰਦਰਮਾ 15 दिन घटता है 15 दिन बढ़ता है, कभी ऊब चढ़ता है कभी जाए प्याल है। अपना मन ऐसी अवस्था दे विच है कदे यह नेरे विच रहिंदा है घटदा वधदा रहिंदा है, शांति नहीं मन नूं आउंदी। सिद्ध पुछ रहे ने महाराज किस तरीके नाल ये जिहड़ा मन रूपी चंद्रमा है ये शांति दे घर विच आवे ठंडक दे घर विच आवे टिकिया हो। कवन मुख सूरज तपै तपाया, महाराज किहड़े अवस्था नाल जिहड़ा मन दा मुख है ज्ञान रूपी सूरज कोल, जिवें सूरज दे प्रकाश नाल ही चंद्रमा चढ़दा है
ਆਏ ਗਿਆਨ ਦਾ ਪ੍ਰਕਾਸ਼ ਨਾਲ ਹੀ ਮਨ ਟਿਕਦਾ ਹੈ। ਮਹਾਰਾਜ ਐਸੇ ਕਿਵੇਂ ਇਹ ਪ੍ਰਕਾਸ਼ ਮੇਰੇ ਅੰਦਰ ਗਿਆਨ ਦਾ ਹਮੇਸ਼ਾ ਵਾਸਤੇ ਟਿਕਿਆ ਰਹੇ। ਤਪੈ ਤਪਾਏ, ਪ੍ਰਕਾਸ਼ ਹੋਵੇ, ਰੱਬ ਆਪ ਤਪਾਵੇ, ਰੱਬ ਆਪ ਇਹ ਪ੍ਰਕਾਸ਼ ਦੇਵੇ। ਖਿਆਲ ਰੱਖਿਓ, ਇਹ ਜੀਵਨ ਦੀ ਅਵਸਥਾ ਗਤੀਮਾਨ ਤਾਂ ਹੁੰਦੀ ਹੈ ਜੇ ਗਿਆਨ ਰੂਪੀ ਸੇਖ, ਗਿਆਨ ਰੂਪੀ ਪ੍ਰਕਾਸ਼, ਗਿਆਨ ਰੂਪੀ ਇਹਦੇ ਉੱਤੇ ਮਨ ਦੇ ਉੱਤੇ ਪ੍ਰਭਾਵ ਬਣਿਆ ਹੋਵੇ। ਨਹੀਂ ਤਾਂ ਮਨ ਚੰਦਰਮਾ ਸੂਰਜ ਤੋਂ ਹੀ ਪ੍ਰਕਾਸ਼ ਲੈਂਦਾ ਹੈ। ਮਨ ਆਏ ਆਪਣਾ ਗਿਆਨ ਤੋਂ ਹੀ ਪ੍ਰਕਾਸ਼ ਲੈਂਦਾ ਹੈ, ਪਰ ਮਨ ਕਦੇ ਉੱਪਰ ਜਾਂਦਾ ਹੈ, ਕਦੇ ਥੱਲੇ ਡਿੱਗਦਾ ਹੈ। ਸੋ ਸੱਚੇ ਪਾਤਸ਼ਾਹ ਨੂੰ ਪ੍ਰਸ਼ਨ ਪਾਇਆ ਹੈ। ਹੁਣ ਆਪਾਂ ਦੇਖਾਂਗੇ ਉੱਤਰ ਵਿੱਚ ਮਹਾਰਾਜ ਕੀ ਉਪਦੇਸ਼ ਦੇਣਗੇ ਜੀ। ਕਵਨ ਮੁਖ ਕਾਲ ਜੋਹਤ ਨਿਤ ਰਹਿ, ਕਿਹੜੇ ਅਵਸਥਾ ਦੇ ਨਾਲ ਇੱਧਰ ਮੁਖ ਰੱਖਿਆ। ਕਾਲ ਤੋਂ ਜੀਵਨ ਕਹਿੰਦੇ ਭਾਈ ਪ੍ਰਭਾਵ ਤੋਂ ਕਿਵੇਂ ਬਚ ਸਕੇ, ਤਾਂ ਰੋਜ਼ ਕਾਲ ਜੋਂਦਾ ਫਿਰਦਾ ਹੈ। ਕਾਲ ਸਾਡੇ ਉੱਤੇ ਸਾਨੂੰ ਬਜ਼ੁਰਗ ਬਣਾਉਂਦਾ ਹੈ। ਜਰਾ ਰੋਗ ਵੀ ਕਾਲ ਦੇ ਕਾਰਨ ਹੀ ਹੁੰਦਾ ਹੈ। ਬੰਦਾ ਕਹਿੰਦੇ ਕਾਲ ਸਾਡੇ ਉੱਤੇ ਮੰਡਰਾਉਂਦਾ ਫਿਰਦਾ ਹੈ। ਇਹ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ, ਜੋ ਸਾਡੇ ਉੱਤੇ ਹਰ ਪਲ ਹਰ ਘੜੀ ਹਰ ਸੈਕਿੰਡ ਕਾਲ ਸਾਨੂੰ ਨਿਹਾਰ ਰਿਹਾ ਹੈ। ਕਵਨ ਬੁੱਧ ਗੁਰਮੁਖ ਪਤ ਰਹਿ, ਕਿਹੜੀ ਬੁੱਧ ਨਾਲ ਗੁਰ ਵੱਲ ਮੁਖ ਰੱਖ ਕੇ ਆਪਣੀ ਪਤ ਅਸੀਂ ਰੱਖ ਕੇ ਸੰਸਾਰ ਤੋਂ ਜਾ ਸਕਦੇ। ਖਸਮ ਦੇ ਘਰ ਸਾਡੀ ਪਤ ਟਿਕੀ ਰਹੇ। ਇਸ ਮਾਇਆ ਦੇ ਸੰਸਾਰ ਦੇ ਵਿੱਚ ਪਤ ਲੱਥੀ ਨਾ ਜਾਏ। ਖਾਦੇ ਪੀਤਿਆ ਪਤ ਲੈ ਜੇ ਸੰਸਾਰ ਵਿੱਚ, ਜੀਵਨ ਵਿੱਚ ਕੀ ਫਾਇਦਾ। ਕਿਹੜੇ ਬੁੱਧ ਨਾਲ ਗੁਰ ਵੱਲ ਮੁਖ ਰੱਖ ਕੇ ਅਸੀਂ ਆਪਣੀ ਪਤ ਬਚਾ ਕੇ ਜਾ ਸਕਦੇ ਹਾਂ, ਚੱਲ ਸਕਦੇ ਹਾਂ ਖਸਮ ਦੇ ਘਰ ਜੀ। ਕਵਨ ਜੋਧ ਜੋ ਕਾਲ ਸੰਘਾਰੈ, ਕਿਹੜਾ ਯੋਧਾ ਹੈ, ਕੈਸਾ ਇਹ ਮਨ ਯੋਧਾ ਹੋ ਸਕਦਾ ਹੈ ਜੋ ਕਾਲ ਨੂੰ ਸੰਘਾਰੇ, ਕਾਲ ਨੂੰ ਖਤਮ ਕਰ ਦੇ। ਇਹ ਐਸਾ ਕਿਹੜਾ ਯੋਧਾ ਹੈ ਜਿਹਨੂੰ ਮਿਲਿਆ ਕਾਲ ਸੰਘਾਰਿਆ ਜਾਏ, ਖਤਮ ਹੋ ਜਾਏ, ਨਾਸ਼ ਹੋ ਜਾਏ। ਬੋਲੇ ਬਾਣੀ ਨਾਨਕ ਵਿਚਾਰੈ, ਨਾਨਕ ਸਾਹਿਬ ਬਾਣੀ ਰਾਹੀਂ ਸਾਨੂੰ ਵਿਚਾਰ ਕੇ ਦੱਸੋ। ਇਹ ਪ੍ਰਸ਼ਨ ਨੇ ਸਾਡੇ ਕਿ ਕਿਹੜੇ ਅਵਸਥਾ ਦੇ ਨਾਲ ਸਾਡਾ ਮਨ ਸ਼ਾਂਤੀ ਦੇ ਘਰ ਟਿਕੇ, ਕਿਵੇਂ ਹਮੇਸ਼ਾ ਗਿਆਨ ਸਾਡੇ ਵਿੱਚ ਪ੍ਰਕਾਸ਼ ਰਹੇ, ਕਿਵੇਂ ਸਾਡੇ ਮਨ ਕਾਲ ਤੋਂ ਜਿਹੜਾ ਸਾਨੂੰ ਜਿਉਂਦਾ ਫਿਰਦਾ ਹੈ ਇਹ ਤੋਂ ਆਪਾਂ ਬਚ ਸਕੀਏ। ਕਿਹੜੇ ਬੁੱਧ ਨਾਲ ਗੁਰ ਵੱਲ ਮੁਖ ਰੱਖ ਕੇ ਪਤ ਰਹਿ ਸਕੇ। ਐਸਾ ਕਿਹੜਾ ਯੋਧਾ ਹੈ ਜਿਹੜਾ ਕਾਲ ਨੂੰ ਸੰਘਾਰ ਲੇ। ਐਸਾ ਸਾਨੂੰ ਉਪਦੇਸ਼ ਬਾਣੀ ਰਾਹੀਂ ਜੋ ਮਾਲਕ ਤੁਹਾਡੇ ਵਿੱਚੋਂ ਬੋਲ ਰਹੇ ਨੇ, ਇਹਨੂੰ ਵਿਚਾਰ ਕੇ ਸਾਨੂੰ ਦੱਸਣਾ ਕਰੋ ਜੀ। ਮਹਾਰਾਜ ਹੁਣ ਅੱਗੇ ਉਪਦੇਸ਼ ਦੇਣਗੇ। ਇੱਕ ਵਾਰ ਆਪਾਂ ਇਸ ਪ੍ਰਸ਼ਨ ਨੂੰ ਪੜ੍ਹ ਲਈਏ। ਕਵਨ ਮੁਖ ਚੰਦ ਹਿਵੈ ਘਰ ਛਾਇਆ, ਕਵਨ ਮੁਖ ਸੂਰਜ ਤਪੈ ਤਪਾਇਆ, ਕਵਨ ਮੁਖ ਕਾਲ ਜੋਹਤ ਨਿਤ ਰਹਿ, ਕਵਨ ਬੁੱਧ ਗੁਰਮੁਖ ਪਤ ਰਹਿ, ਕਵਨ ਜੋਧ ਜੋ ਕਾਲ ਸੰਘਾਰੈ, ਬੋਲੇ ਬਾਣੀ ਨਾਨਕ ਵਿਚਾਰੈ। ਹੁਣ ਮਹਾਰਾਜ ਉੱਤਰ ਦੇਣ। ਸ਼ਬਦ ਭਾਖਤ ਸਸ ਜੋਤ ਅਪਾਰਾ, ਕਹਿੰਦੇ ਭਾਈ ਜਿਹੜਾ ਸ਼ਬਦ ਆਪਾਂ ਭਾਖਦੇ ਹਾਂ, ਧਿਆਨ ਰੱਖ, ਬਹੁਤ ਸੁੰਦਰ ਸ਼ਬਦ ਹੈ। ਇੱਕ ਜੀਵਨ ਵਿੱਚ ਜਿਸ ਸ਼ਬਦ ਨੂੰ ਆਪਾਂ ਨੇ ਘੜਨਾ ਹੈ, ਰੱਬ ਵਰਗਾ ਸ਼ਬਦ ਹੋਣਾ ਹੈ। ਕਹਿੰਦੇ ਜਿਹਦੇ ਨਾਲ ਸ਼ਬਦ ਨੂੰ ਜੀਵਨ ਵਿੱਚ ਭਾਖਦੇ ਆ। ਜਿਸ ਵੇਲੇ ਆਪਾਂ ਭਾਖਦੇ ਆ ਨਾ, ਭਾਖਣ ਦਾ ਅਰਥ ਪਹਿਲਾਂ ਸਮਝਣਾ ਜੀ। ਪਹਿਲਾਂ ਜੋ ਆਪਾਂ ਕਹਿੰਦੇ ਆ ਉਸ ਨੂੰ ਆਪ ਪਹਿਲਾਂ ਖਾ ਕੇ ਭੁੰਚ ਕੇ ਫੇਰ ਬੋਲਣਾ, ਫੇਰ ਕਹਿਣਾ, ਉਹਨੂੰ ਭਾਖਤ ਕਹਿੰਦੇ ਨੇ। ਭਾਖਤ, ਧਿਆਨ ਰੱਖਣਾ। ਯਾਨੀ ਦੂਜੇ ਨੂੰ ਵੀ ਭਾਵੇ
ਤੇ ਆਪਾਂ ਜੋ ਖਾਇਆ ਹੈ, ਆਪਾਂ ਨੇ ਜੋ ਭੁੰਚਿਆ ਹੈ, ਜੋ ਆਪਾਂ ਨੇ ਅਨੁਭਵ ਕੀਤਾ ਹੈ, ਉਹ ਜੀਵਨ ਵਿੱਚ ਦੂਜੇ ਨੂੰ ਵੀ ਚੰਗਾ ਲੱਗੇ। ਘੱਟ ਬੈਠੇ ਰੱਬ ਨੂੰ ਵੀ ਭਾਵੇ ਜੋ ਆਪਾਂ ਖਾ ਰਹੇ ਹਾਂ। ਧਿਆਨ ਰੱਖਣਾ, ਆ ਅੰਨ ਪਾਣੀ ਖਾਣਾ, ਇਹ ਭੋਜਨ ਖਾਣਾ, ਤੇ ਇਹ ਗਿਆਨ ਦਾ ਵੀ ਭੋਜਨ ਖਾਣਾ ਜੀਵਨ ਦਾ ਇਹ ਚਾਲ ਹੈ। ਕਹਿੰਦੇ ਇਹ ਅੰਨ ਪਾਣੀ ਖਾਣਾ, ਭੋਜਨ ਖਾਣਾ, ਗਿਆਨ ਦਾ ਭੋਜਨ ਖਾਣਾ, ਇਹ ਸਭ ਇਸ ਵਾਸਤੇ ਕੀਤਾ ਜਾ ਰਿਹਾ ਹੈ ਕਿ ਅਸੀਂ ਸ਼ਬਦ ਭਖ ਸਕੀਏ, ਸ਼ਬਦ ਨੂੰ ਆਪਾਂ ਜੀਵਨ ਵਿੱਚ ਘੜ ਕੇ ਬੋਲ ਸਕੀਏ। ਸ਼ਬਦ ਬਹੁਤ ਉੱਚੀ ਅਵਸਥਾ ਹੈ। ਜੇ ਜੀਵਨ ਵਿੱਚ ਨਾ ਜੀ ਆਪਾਂ ਸ਼ਬਦ ਨੂੰ ਨਾ ਘੜਿਆ ਹੋਵੇ, ਬਹੁਤ ਅੱਛਾ ਖਾਂਦੇ ਪੀਂਦੇ ਹੋਈਏ, ਹਨਾ, ਬੜੇ ਬੜੇ ਸਕੂਲਾਂ 'ਚ ਜਾ ਕੇ, ਕਾਲਜਾਂ 'ਚ ਪੜ੍ਹ ਕੇ ਵੀ ਆ ਜਾਈਏ, ਪਰ ਆਪਣੇ ਸ਼ਬਦ ਨੂੰ ਘੜਿਆ ਨਾ ਹੋਵੇ, ਯਾਨੀ ਰੱਬ ਨੂੰ ਭਾਉਂਦਾ ਹੋਵੇ, ਤੇ ਆਪਾਂ ਜੀਵਨ 'ਚ ਖਾਧਾ ਪੀਤਾ ਆਪਣਾ ਜੀਵਨ ਤਾਂ ਟਿਕਿਆ ਜਾਣ ਨੂੰ, ਜੇ ਰੱਬ ਨੂੰ ਆਪਾਂ ਜਦੋਂ ਬੋਲਦੇ ਆ ਤੇ ਕਿਤੇ ਐਸਾ ਗਲਤੀ ਨਾਲ ਵੀ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਨਾ ਮਨ ਕਹਿ ਜੇ, ਆਪਣੇ ਸ਼ਬਦ ਨੂੰ ਘੜੇ, ਆਪਣੇ ਸ਼ਬਦ 'ਚ ਆਪਣਾ ਆਪਾਂ ਮਰ ਜਾਏ, ਆਪਣਾ ਭਾਵ ਖਤਮ ਹੋਵੇ, ਰੱਬ ਦਾ ਭਾਵ ਸ਼ਬਦ 'ਚ ਪ੍ਰਗਟ ਹੋਵੇ। ਕਹਿੰਦੇ ਇਸ ਭਾਵ ਦੇ ਨਾਲ ਕਹਿੰਦੇ ਭਾਈ ਗਿਆਨ ਰੂਪੀ ਜੋਤ ਅਪਾਰ ਹੋ ਕੇ ਅੰਦਰ ਵਰਤਦੀ ਹੈ। ਧਿਆਨ ਰੱਖਣਾ, ਕਹਿੰਦੇ ਭਾਈ ਤਾਂ ਜਾਣੋ ਸੱਸ ਘਰ ਸੂਰ ਵਸੈ ਮਿਟੇ ਅੰਧਿਆਰ, ਤਾਂ ਜਾਣੋ ਇਸ ਕਦੇ 15 ਦਿਨ ਘਟਦਾ, 15 ਦਿਨ ਵੱਧਦਾ ਨਾ ਚੰਦਰਮਾ, ਕਹਿੰਦੇ ਮਨ ਫਿਰ ਟਿਕਦਾ ਹੈ। ਕਹਿੰਦੇ ਫਿਰ ਸੱਸ, ਕਹਿੰਦੇ ਚੰਦਰਮਾ ਸੂਰਜ ਦੇ ਘਰ ਆ ਜਾਂਦਾ ਹੈ। ਧਿਆਨ ਰੱਖ, ਕਹਿੰਦੇ ਸੂਰਜ ਦੇ ਅਵਸਥਾ ਜਿਹੜੀ ਹਮੇਸ਼ਾ ਪ੍ਰਕਾਸ਼ ਦੇਣ ਵਾਲੀ ਹੈ, ਉਹਦੇ ਘਰ ਦੇ ਸਵੇਰੇ ਕਹਿੰਦੇ ਭਾਈ ਚੰਦਰਮਾ ਦੇ ਘਰੇ ਜਿਸ ਵੇਲੇ ਪ੍ਰਕਾਸ਼ ਟਿਕਦਾ ਨਾ ਸੂਰਜ ਦਾ, ਕਹਿੰਦੇ ਭਾਈ ਫਿਰ ਉਹਦਾ ਅੰਧਿਆਰਾ ਮਿਟ ਜਾਂਦਾ, ਯਾਨੀ ਆਪਣਾ ਮਨ ਕਦੇ ਘਟਦਾ ਹੈ, ਵੱਧਦਾ ਹੈ, ਆਪਣੀ ਮਰਜ਼ੀ ਕਰਦਾ ਹੈ, ਹਨਾ, ਤੇ ਜਿਹਦੇ ਨਾਲ ਫਿਰ ਮਨ ਦੁਖੀ ਹੁੰਦਾ ਹੈ। ਮਨ ਨੂੰ ਹਮੇਸ਼ਾ ਵਾਸਤੇ ਪ੍ਰਕਾਸ਼ ਜੇ ਹੋਣਾ ਹੈ, ਤੇ ਮਨ ਦਾ ਜਿਹੜਾ ਸ਼ਬਦ ਹੈ ਉਹ ਘੜਿਆ ਜਾਣਾ ਚਾਹੀਦਾ। ਕਹਿੰਦੇ ਜੀਵਨ ਵਿੱਚ ਮਾਲਕ ਦੇ ਗਿਆਨ ਦੇ ਨਾਲ, ਇਹ ਪ੍ਰਕਾਸ਼ ਦੇ ਨਾਲ, ਕਹਿੰਦੇ ਇਹ ਮਨ ਦਾ ਜਿਹੜਾ ਸ਼ਬਦ ਹੈ ਜੋ ਅਸੀਂ ਬੋਲਦੇ ਹਾਂ, ਇਹਨੂੰ ਘੜਨਾ ਬਹੁਤ ਜ਼ਰੂਰੀ ਹੈ। ਸੋ ਇਸ ਗੱਲ ਨੂੰ ਥੋੜਾ ਜਿਹਾ ਆਪਣਾ ਹਿਰਦੇ 'ਚ ਵਸਾਈਏ ਕਿ ਸ਼ਬਦ ਕਿਵੇਂ ਘੜਿਆ ਜਾਂਦਾ ਹੈ। ਧਿਆਨ ਰੱਖਿਓ, ਜੀਵਨ ਵਿੱਚ ਸ਼ਬਦ ਦੇ ਉੱਤੇ ਹੀ ਸਾਰੀ ਮਹਾਰਾਜ ਦੀ ਪ੍ਰਕਿਰਿਆ ਹੈ, ਸ਼ਬਦ ਦੇ ਉੱਤੇ ਸਾਰਾ ਜ਼ੋਰ ਦਿੱਤਾ ਹੋਇਆ ਮੇਰੇ ਮਾਲਕ ਨੇ। ਧਿਆਨ ਰੱਖਣਾ, ਫਿਰ ਮਹਾਰਾਜ ਨੇ ਆਪਣੇ ਅੰਦਰੋਂ ਰੱਬ ਦੀ ਬਾਣੀ ਦਾ ਪ੍ਰਕਾਸ਼ ਜਿਹੜਾ ਹੋਇਆ, ਉਹਨੂੰ ਆਪ ਕਮਾਇਆ ਪਹਿਲਾਂ। ਧਿਆਨ ਰੱਖਣਾ, ਕਮਾ ਕੇ ਫਿਰ ਉਹਦਾ ਪ੍ਰਚਾਰ ਕੀਤਾ ਸੰਸਾਰ ਵਿੱਚ। ਸੋ ਜਿਹੜਾ ਰੱਬ ਜੀ ਅੰਦਰ ਵਸਦਾ ਹੈ, ਉਸ ਬਾਣੀ ਗੁਰੂ ਦੇ ਜਿਹੜੇ ਵੀ ਸ਼ਬਦ ਜਿੱਥੇ ਜਿੱਥੇ ਮਹਾਰਾਜ ਨੂੰ ਗੁਰਮੁਖਾਂ ਦੇ ਰਸਨਾ ਤੋਂ ਮਿਲੇ, ਗੁਰਮੁਖਾਂ ਦੇ ਉਚਾਰਨ ਕੀਤੇ ਹੋਏ ਸੰਸਾਰ ਵਿੱਚ ਉਪਲਬਧ ਹੋਏ, ਚਾਹੇ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਦੇ ਸ਼ਬਦ ਸਨ। ਧਿਆਨ ਰੱਖਣਾ, ਕਿਉਂਕਿ ਬਾਣੀ ਚਾਰਾਂ ਯੁਗਾਂ ਵਿੱਚ ਵਰਤੀ ਹੈ। ਚਹੁ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ, ਬਾਣੀ ਵੱਜੀ ਚਹੁ ਯੁਗੀ ਸੱਚੋ ਸੱਚ ਸੁਣਾਏ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਉਦੋਂ ਤੋਂ ਰੱਬ ਦੀ ਬਾਣੀ ਸੰਸਾਰ ਦੇ ਵਿੱਚ ਸੰਸਾਰ ਨੂੰ ਰਾਸਤਾ ਦਿੰਦੀ ਆ ਰਹੀ ਹੈ। ਲੋਕ ਭਗਤ ਜਨ ਸ਼ਬਦ ਰਾਹੀਂ ਕਹਿੰਦੇ ਭਾਈ ਘਟ ਬੈਠੇ ਰੱਬ ਦੇ ਗਿਆਨ ਨੂੰ ਘੜਦੇ ਆ ਰਹੇ ਨੇ, ਉਹ ਸ਼ਬਦ ਨੂੰ ਆਪਣੇ ਅਗਿਆਨਤਾ ਦੇ ਸ਼ਬਦ ਨੂੰ ਮਿਟਾਉਂਦੇ ਆ ਰਹੇ ਨੇ। ਐਸੀ ਭਗਤੀ ਜੁਗਾਂ ਜੁਗਾਂ ਤੋਂ ਹੁੰਦੀ ਆ ਰਹੀ ਹੈ। ਧਿਆਨ ਰੱਖਣਾ, ਜੁਗਾਂ ਜੁਗਾਂ ਤੋਂ ਮਹਾਰਾਜ ਕਹਿੰਦੇ ਭਾਈ ਐਸੀ ਬਾਣੀ ਦੇ ਸ਼ਬਦ ਨੂੰ ਮਹਾਰਾਜ ਨੇ ਕਿਹਾ ਭਾਈ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਰਲਾਏ। ਸੋ ਮਨੁੱਖ ਕਿਸੇ ਜਾਤੀ ਦਾ ਹੋਵੇ, ਕਹਿੰਦੇ ਭਾਸ਼ਾ ਜੋ ਮਰਜ਼ੀ ਬੋਲਦਾ ਹੋਵੇ, ਉਹਦੇ ਸ਼ਬਦਾਂ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ, ਘਟ ਬੈਠੇ ਰੱਬ ਦੀ ਜੋਤ ਦਾ। ਧਿਆਨ ਰੱਖਣਾ, ਇਹ ਬਹੁਤ ਜ਼ਰੂਰੀ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਹ ਜਿਹੜੇ ਬਾਣੀ ਦੇ ਸ਼ਬਦ ਜੋ ਗੁਰੂ ਨਾਨਕ ਪਾਤਸ਼ਾਹ ਨੇ ਗੁਰਮੁਖੀ ਸ਼ਬਦਾਂ ਵਿੱਚ ਲਿਖੇ, ਇਹਨਾਂ ਨੂੰ ਸੰਗਤ ਸ਼ਬਦ ਗੁਰੂ ਕਰਕੇ ਸੁਣਦੀ ਹੈ, ਹਨਾ। ਇਹ ਕੇਵਲ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ। ਜਿਹਦੇ ਵਿੱਚੋਂ ਬਾਣੀ ਘਟ ਬੈਠੇ ਰੱਬ ਦੀ ਆਈ, ਉਸ ਘਟ ਬੈਠੇ ਰੱਬ ਦੀ ਬਾਣੀ ਦੇ ਕਹਿੰਦੇ ਭਾਈ ਗੁਰਮੁਖੀ ਅੱਖਰਾਂ ਦੇ ਵਿੱਚ, ਉਹਨਾਂ ਦੀ ਭਾਸ਼ਾ ਵਿੱਚ ਹੀ ਧਿਆਨ ਰੱਖਣਾ ਸ਼ਬਦ ਨੂੰ ਪ੍ਰਕਾਸ਼ ਕੀਤਾ ਹੈ। ਇਹਨੂੰ ਸੁਣਨਾ, ਇਹਨੂੰ ਸੁਣਨ ਦੇ ਨਾਲ ਹੀ ਆਪਣਾ ਮਨ ਕਹਿੰਦੇ ਭਾਈ ਜਿਹੜਾ
ਉੱਪਰ ਨੀਚੇ ਡੋਲਦਾ ਹੈ, ਇਹ ਡੋਲ ਨੂੰ ਹਟਦਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਣੀ ਅਤੇ ਸ਼ਬਦ ਇਹਨਾਂ ਦੋਹਾਂ ਦੀ ਹੋਂਦ ਨੂੰ ਆਪਾਂ ਨੇ ਕੱਲ ਵੀ ਦਰਸ਼ਨ ਪਾਏ, ਵਿਚਾਰ ਕੀਤੀ। ਅੱਖਰਾਂ ਤੋਂ ਸ਼ਬਦ ਬਣਦੇ ਨੇ, ਧਿਆਨ ਰੱਖਣਾ, ਤੇ ਸ਼ਬਦ ਬਾਣੀ ਨੂੰ ਪ੍ਰਗਟ ਕਰਦੇ ਨੇ, ਧਿਆਨ ਰੱਖਣਾ। ਜਿਹੜੀ ਬਾਣੀ ਰੱਬ ਦੀ ਆਉਂਦੀ ਹੈ ਨਾ ਅੰਦਰੋਂ, ਸ਼ਬਦਾਂ ਰਾਹੀਂ ਜੋ ਅੱਖਰਾਂ ਤੋਂ ਬਣੇ ਹੋਏ ਨੇ ਉਹਨਾਂ ਰਾਹੀਂ ਪ੍ਰਗਟ ਹੁੰਦੀ ਹੈ, ਤਾਂ ਕਿ ਆਪਾਂ ਜੋ ਵੀ ਬੋਲਦੇ ਆ ਸ਼ਬਦਾਂ ਰਾਹੀਂ ਆਪਣੇ ਸ਼ਬਦ ਘੜੇ ਜਾਣ। ਆਪਾਂ ਇਸ ਸ਼ਬਦ ਨੂੰ ਘੜਨ ਵਾਸਤੇ ਹੀ ਜਗਤ ਵਿੱਚ ਆਏ ਹੋ। ਇਹ ਸ਼ਬਦ ਬਹੁਤ ਇੰਪੋਰਟੈਂਟ ਹੈ। ਜਿਹੜਾ ਸ਼ਬਦ ਅੰਦਰੋਂ ਆਉਂਦਾ ਹੈ, ਆਪਾਂ ਨੇ ਉਸ ਸ਼ਬਦ ਨੂੰ ਆਪਣੇ ਸ਼ਬਦ ਦੇ ਵਿੱਚ ਪਰੋਣਾ, ਆਪਣੇ ਸ਼ਬਦ ਨੂੰ ਘਟ ਬੈਠੇ ਰੱਬ ਨੂੰ ਗਾਉਂਦੇ ਗਾਉਂਦੇ ਬਾਣੀ ਰਾਹੀਂ ਪਰੋਂਦੇ ਜਾਣਾ। ਆਪਣਾ ਭਾਵ ਸ਼ਬਦ ਵਿੱਚੋਂ ਖਤਮ ਹੋ ਜੇ। ਘਟ ਬੈਠੇ ਰੱਬ ਦਾ ਸ਼ਬਦ ਦਾ ਭਾਵ, ਸ਼ਬਦ ਜੋ ਘਟ ਬੈਠੇ ਰੱਬ ਬੋਲਦੇ ਨੇ, ਕਿਵੇਂ ਬੋਲਦੇ ਨੇ, ਉਹ ਸਾਰਾ ਮਹਾਰਾਜ ਸਾਨੂੰ ਗਿਆਨ ਦੇ ਰਹੇ, ਕਹਿੰਦੇ ਉਸ ਦਾ ਪ੍ਰਕਾਸ਼ ਹੋ ਜਾਏ। ਹੁਣ ਆਪਾਂ ਇਸ ਨੂੰ ਖਿਆਲ ਕਰੋ ਕਿ ਆਪਣੇ ਅੰਦਰ ਘਟ ਬੈਠਾ ਮਾਲਕ ਹੈ। ਇੱਕ ਮੇਰੇ ਮਾਲਕ ਨੂੰ ਭੁਲਾ ਕੇ ਜਿਹੜੇ ਸ਼ਬਦ ਆਉਂਦੇ ਨੇ, ਇਹਨਾਂ ਦਾ ਧਿਆਨ ਰੱਖੋ ਕਿ ਜਿਹੜੇ ਸ਼ਬਦ ਆਪਣੇ ਅੰਦਰ ਆਉਂਦੇ ਹੈਗੇ ਨੇ, ਆਪਾਂ ਜੋ ਬੋਲਦੇ ਆ, ਕੁਝ ਸ਼ਬਦਾਂ ਰਾਹੀਂ ਤਾਂ ਆਪਾਂ ਘਟ ਬੈਠੇ ਰੱਬ ਦੀ ਕਦੇ ਕਦੇ ਯਾਦ ਆਉਂਦੀ ਹੈ, ਹਨਾ, ਤੇ ਕੁਝ ਬਹੁਤੇ ਸ਼ਬਦ ਸਾਡੇ ਰੱਬ ਨੂੰ ਭੁਲਾ ਕੇ ਹੀ ਨਿਕਲਦੇ। ਆਪਾਂ ਨੇ ਇਹਨਾਂ ਸ਼ਬਦਾਂ ਨੂੰ ਹੀ ਘੜਨਾ ਹੈ, ਧਿਆਨ ਰੱਖਣਾ। ਸਾਡੇ ਅੰਦਰ ਜਿਹੜੇ ਸ਼ਬਦ ਨੇ ਜਿਵੇਂ ਰੱਬ ਨੂੰ ਭੁਲਾ ਕੇ ਆ ਗਏ, ਹਨਾ, ਜਦ ਕਿ ਸਾਡੇ ਅੰਦਰ ਜਿਹੜਾ ਸ਼ਬਦ ਸੀ ਰੱਬ ਦੀ ਯਾਦ ਵਿੱਚ ਆਉਣਾ ਚਾਹੀਦਾ ਸੀ, ਧਿਆਨ ਰੱਖਣਾ। ਸਾਡੇ ਅੰਦਰ ਰੱਬ ਦੀ ਯਾਦ ਵਿੱਚ ਸ਼ਬਦ ਦਾ ਧਿਆਨ ਬਣਿਆ ਰਹਿਣਾ ਚਾਹੀਦਾ ਸੀ। ਸਾਨੂੰ ਮਾਲਕ ਨੂੰ ਭੁਲਾ ਕੇ ਸ਼ਬਦ ਨਹੀਂ ਬੋਲਣਾ ਚਾਹੀਦਾ। ਸਾਡੇ ਅੰਦਰ ਜਿਹੜਾ ਸ਼ਬਦ ਟਿਕੇ ਰੱਬ ਦੀ ਯਾਦ ਵਿੱਚ ਟਿਕੇ। ਜਿਹੜਾ ਸਾਡਾ ਸ਼ਬਦ ਮਾਲਕ ਨੂੰ ਭੁਲਾ ਕੇ ਨਿਕਲ ਰਿਹਾ ਹੈ, ਇਹ ਸਾਡੇ ਅੰਦਰੋਂ ਖਤਮ ਹੋਣਾ ਚਾਹੀਦਾ ਸੀ, ਧਿਆਨ ਰੱਖਣਾ। ਜਿਹੜੇ ਰੱਬ ਦੇ ਸ਼ਬਦ ਨੇ, ਇਹਨਾਂ ਦਾ ਸਾਡੇ ਅੰਦਰ ਪ੍ਰਕਾਸ਼ ਹੋਣਾ ਚਾਹੀਦਾ ਸੀ, ਤਾਂ ਮਨ ਰੱਬ ਦੀ ਕਹਿੰਦੇ ਭਾਈ ਜੋਤ ਦੇ ਪ੍ਰਕਾਸ਼ ਵਿੱਚ ਆ ਗਿਆ। ਤਾਂ ਸਾਡਾ ਮਨ ਕਹਿੰਦੇ ਭਾਈ ਰੱਬ ਇਸ ਦੇ ਘਰ ਵਿੱਚ ਕਹਿੰਦੇ ਗਿਆਨ ਰੂਪੀ ਪ੍ਰਕਾਸ਼ ਹੋ ਗਿਆ, ਸੱਸ ਇਹਦੇ ਘਰ ਆ ਗਿਆ। ਯਾਨੀ ਜੀਵਨ ਵਿੱਚ ਇਹ ਪ੍ਰਕਾਸ਼ ਜੀਵਨ ਵਿੱਚ ਟਿਕਿਆ ਰਹਿਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਐਸੇ ਸ਼ਬਦ ਨਾਲ ਹੀ ਕਾਲ ਖਤਮ ਹੋਣਾ ਹੈ, ਧਿਆਨ ਰੱਖਣਾ। ਹੁਣ ਅੱਗੇ ਸਾਨੂੰ ਸਮਝਾਉਣਗੇ ਮਹਾਰਾਜ, ਕਹਿੰਦੇ ਭਾਈ ਇਹ ਸ਼ਬਦ ਨਾਲ ਹੀ ਜੀਵਨ ਵਿੱਚ ਕਹਿੰਦੇ ਸੁੱਖ ਦੁੱਖ ਪਹਿਲਾਂ ਖਤਮ ਹੋਣਾ ਹੈ, ਧਿਆਨ ਰੱਖਣਾ। ਸੁੱਖ ਦੁੱਖ ਸਮ ਕਰ ਨਾਮ ਆਧਾਰਾ, ਆਪੇ ਪਾਰ ਉਤਾਰਨਹਾਰਾ। ਕਹਿੰਦੇ ਸੁੱਖ ਤੇ ਦੁੱਖ ਸ਼ਬਦ ਇਹਨਾਂ ਰੱਬ ਦੇ ਘਰ ਦੇ ਵਿੱਚ ਆਵੇ। ਮਹਾਰਾਜ ਕਹਿੰਦੇ ਭਾਈ ਇਹ ਗਿਆਨ ਸਾਡੇ ਮਨ ਦੇ ਵਿੱਚ ਟਿਕਿਆ ਰਹਿਣਾ ਚਾਹੀਦਾ ਕਿ ਸੁੱਖ ਤੇ ਦੁੱਖ ਦੋਨੋਂ ਸਮ ਹੋ ਜਾਣ। ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣਾ, ਔਰ ਮਾਨ ਅਪਮਾਨਾ, ਹਰਕ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਸੱਚੇ ਪਾਤਸ਼ਾਹ ਕਹਿੰਦੇ ਉਸਤਤ ਨਿੰਦਿਆ ਜੀਵਨ ਵਿੱਚ ਕਹਿੰਦੇ ਇਹ ਖਤਮ ਹੋ ਜਾਏ ਸਾਡੇ ਅੰਦਰੋਂ ਪੂਰਨ ਤੌਰ ਤੇ। ਕਹਿੰਦੇ ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਣਾ। ਉਸਤਤ ਨਿੰਦਾ ਕਹਿੰਦੇ ਦੋ ਤਿਆਗੈ, ਖੋਜੈ ਪਦ ਨਿਰਬਾਣਾ। ਜਨ ਨਾਨਕ ਇਹ ਖੇਲ ਕਠਨ ਹੈ, ਬਹੁਤ ਔਖਾ ਖੇਲ ਹੈ, ਕਿਨਹੂ ਗੁਰਮੁਖ ਜਾਣ। ਜੀਵਨ ਵਿੱਚ ਸਾਨੂੰ ਇਸ ਕਿਰਿਆ ਦਾ ਗਿਆਨ ਨਹੀਂ ਹੈ ਕਿ ਅਸੀਂ ਜੀਵਨ ਚ ਸੁੱਖ ਦੁਨੀਆ ਦਾ ਮੰਗਦੇ ਹਾਂ, ਤੇ ਜਦੋਂ ਦੁੱਖ ਆਉਂਦਾ ਤੇ ਅਸੀਂ ਭੱਜ ਲੈਂਦੇ ਹਾਂ ਰੱਬ ਤੋਂ, ਹਨਾ। ਕਹਿੰਦੇ ਜੀਵਨ ਵਿੱਚ ਸੁੱਖ ਮੰਗਣ ਤਾਂ ਰੱਬ ਦੇ ਘਰੇ ਆ ਜਾਈਦਾ, ਧਿਆਨ ਰੱਖ ਕਿ ਮਹਾਰਾਜ ਆ ਦੇ ਦਿਓ, ਆ ਦੇ ਦਿਓ। ਜਦੋਂ ਦੁੱਖ ਮਿਲਦਾ ਫਿਰ ਅਸੀਂ ਰੱਬ ਦਾ ਘਰ ਛੱਡ ਜਾਂਦੇ, ਹੋਰ ਦਰਾਂ ਤੇ ਭੱਜਦੇ ਫਿਰਦੇ ਆ ਕਿ ਮੈਨੂੰ ਦੱਸੋ ਜੀ, ਮੈਨੂੰ ਬਹੁਤ ਦੁੱਖ ਹੋ ਗਿਆ, ਹਨਾ, ਮੈਂ ਕਿਹੜੇ ਦਰ ਤੇ ਜਾਵਾਂ, ਭਟਕਦਾ ਫਿਰਦਾ ਫਿਰ ਬੰਦਾ। ਕਹਿੰਦੇ ਜਤਨ ਬਹੁਤ ਸੁੱਕੇ ਕੀਏ, ਦੁੱਖੋ ਕੀਓ ਨਾ ਕੋਏ, ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਕਹਿੰਦੇ ਹੁਣ ਮਹਾਰਾਜ ਦੇ ਸ਼ਬਦਾਂ ਨੂੰ ਧਿਆਨ ਰੱਖਿਓ। ਕਹਿੰਦੇ ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਈ। ਸਾਰੇ ਸੁੱਖ ਮੰਗ ਰਹੇ, ਦੁੱਖ ਕੋਈ ਮੰਗਦਾ? ਕੋਈ ਨਹੀਂ ਮੰਗਦਾ। ਕਹਿੰਦੇ ਸੁੱਖੇ ਕੋ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਸੁੱਖ ਜਦੋਂ ਤੁਸੀਂ ਮੰਗਦੇ ਹੋ ਯਾਦ ਰੱਖਿਓ ਤੇ ਨਾਲ ਦੀ ਨਾਲ ਉਹਦਾ ਦੁੱਖ ਖੜਾ ਹੈ, ਦੁੱਖ ਨੇ ਆਉਣਾ ਹੀ ਆਉਣਾ।
ਮਹਾਰਾਜ ਕਹਿੰਦੇ ਜੀਵਨ ਵਿੱਚ ਜਦੋਂ ਤੁਸੀਂ ਇਸ ਬਾਣੀ ਦੇ ਦਰ ਦੇ ਉੱਤੇ ਤੁਸੀਂ ਘਟ ਬੈਠੇ ਰੱਬ ਨੂੰ ਗਾ ਰਹੇ ਹੋ, ਇਸ ਗੱਲ ਨੂੰ ਯਾਦ ਰੱਖੋ ਕਿ ਸੁੱਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ। ਕਹਿੰਦੇ ਸੁੱਖ ਤੇ ਦੁੱਖ ਰੱਬ ਦੀ ਆਗਿਆ ਹੈ। ਜਦੋਂ ਮੈਂ ਟੁੱਟਦਾ ਰੱਬ ਤੋਂ ਤੇ ਮੈਨੂੰ ਦੁੱਖ ਵਿਆਪਦਾ ਹੈ, ਜਦੋਂ ਮੈਂ ਰੱਬ ਨਾਲ ਜੁੜਦਾ ਤੇ ਮੈਨੂੰ ਸੁੱਖ ਮਿਲੇਗਾ। ਪਰ ਮੈਨੂੰ ਜੀਵਨ ਵਿੱਚ ਜੇ ਮੈਂ ਹੋਰ ਜੁੜਿਆ ਰਹਾ, ਦੁੱਖ ਵੀ ਮੈਨੂੰ ਜੀਵਨ ਚ ਵਿਆਪ ਨਹੀਂ ਸਕਦਾ, ਧਿਆਨ ਨਹੀਂ ਵਿਆਪ ਸਕਦਾ। ਸਾਨੂੰ ਭਰੋਸਾ ਨਹੀਂ ਆ ਰਿਹਾ। ਸੋ ਮਹਾਰਾਜ ਕਹਿੰਦੇ ਭਾਈ ਦੁੱਖਾਂ ਤੇ ਸੁਖ ਉਪਜੇ, ਸੁਖੀ ਹੋਵੇ ਦੁਖ, ਜਿਤ ਮੁਖ ਤੂੰ ਸਾ ਲਾਹੀਏ ਤਿਤ ਮੁਖ ਕੈਸੀ ਭੂਖ। ਦੁੱਖਾਂ ਤੋਂ ਹੀ ਸੁਖ ਪ੍ਰਾਪਤ ਹੋਣਗੇ। ਜਦੋਂ ਤੁਹਾਨੂੰ ਦੁੱਖ ਆ ਰਿਹਾ ਤੇ ਮਹਾਰਾਜ ਕਹਿੰਦੇ ਭਾਈ ਯਾਦ ਰੱਖੋ ਰੱਬ ਸਾਨੂੰ ਬਖਸ਼ ਰਿਹਾ ਹੈ ਕਿ ਜੀਵਨ 'ਚ ਕੋਈ ਪਿੱਛੇ ਗਲਤੀ ਹੁੰਦੀ ਹੈ ਉਹ ਬਹੁਤ ਦੁੱਖ ਰਾਹੀਂ ਭੁਗਤਾ ਦਿੰਦਾ ਹੈ। ਫਿਰ ਜਿਸ ਵੇਲੇ ਆਪਾਂ ਮਿਹਨਤ ਕਰਦੇ ਹਾਂ ਤੇ ਫਿਰ ਦੁੱਖ ਰਾਹੀਂ ਸਾਨੂੰ ਮਹਾਰਾਜ ਕਹਿੰਦੇ ਭਾਈ ਸੁੱਖ ਦੇ ਦਿੰਦਾ ਹੈ, ਹਨਾ। ਤਕਲੀਫ ਉਠਾਉਣੀ ਪੈਂਦੀ ਹੈ। ਸੋ ਮਹਾਰਾਜ ਕਹਿੰਦੇ ਭਾਈ ਜਿਸ ਵੇਲੇ ਇਸ ਰਾਸਤੇ ਤੇ ਨਹੀਂ ਚੱਲਾਂਗੇ, ਇਹ ਦੁੱਖ ਤੇ ਸੁੱਖ ਸਮ ਕਰਕੇ ਨਹੀਂ ਹੋਣੇ। ਧਿਆਨ ਰੱਖ, ਮਹਾਰਾਜ ਕਹਿੰਦੇ ਦੁੱਖਨ ਗਾਵੋ ਸੁਖ ਵੀ ਗਾਵੋ, ਮਾਰਗ ਪੰਥ ਸਮਾਰੀ। ਇਹ ਮਾਰਗ ਹੈ ਨਾ ਜਿਹੜਾ ਰਾਸਤਾ, ਮਹਾਰਾਜ ਕਹਿੰਦੇ ਭਾਈ ਪੰਥ ਜੋ ਆਪਾਂ ਰਾਸਤੇ ਦੇ ਅੰਦਰ ਚੱਲ ਰਹੇ ਹਾਂ, ਸਿਹਾਰੀ ਲੱਗੀ ਹੈ ਨਾ ਅੰਦਰ ਦਾ ਪੰਥ, ਅੰਦਰਲਾ ਰਾਸਤਾ, ਉਹਨੂੰ ਸਮਾਰ ਲਓ। ਕਹਿੰਦੇ ਦੁੱਖ ਵਿੱਚ ਵੀ ਘਟ ਬੈਠੇ ਰੱਬ ਨੂੰ ਗਾਇਓ, ਭੁੱਲਿਓ ਨਾ, ਸੁੱਖ ਵਿੱਚ ਵੀ ਗਾਉਣਾ ਕਰੋ। ਮਹਾਰਾਜ ਕਹਿੰਦੇ ਭਾਈ ਜੇ ਸੁਖ ਦੇਹ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਏ। ਐਸੀ ਅਵਸਥਾ ਜੀਵਨ ਵਿੱਚ ਸਿੱਖ ਦੀ ਬਣ ਜਾਏ। ਕਹਿੰਦੇ ਭਾਈ ਨਹੀਂ ਤਾਂ ਅਸੀਂ ਸੰਸਾਰ ਨੂੰ ਦੇਖ ਕੇ ਚੱਲਦੇ ਹਾਂ। ਮਹਾਰਾਜ ਕਹਿੰਦੇ ਸੁੱਖ ਦੁੱਖ ਜਹ ਪਰਸੈ ਨਹੀਂ, ਲੋਭ ਮੋਹ ਅਭਮਾਨ, ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਜਿਹਦਾ ਸੁੱਖ ਤੇ ਦੁੱਖ ਦੋਨੋਂ ਸਮ ਕਰਕੇ ਜੀਵਨ ਚ ਮਨ ਜਾਣਨ ਲੱਗ ਜਾਏ, ਮਹਾਰਾਜ ਕਹਿੰਦੇ ਭਾਈ ਉਹਨੂੰ ਫਿਰ ਲੋਭ ਤੇ ਮੋਹ ਅਭਮਾਨ ਪਰਸਦਾ ਨਹੀਂ। ਧਿਆਨ ਰੱਖ, ਮਹਾਰਾਜ ਕਹਿੰਦੇ ਉਹ ਰੱਬ ਦੀ ਮੂਰਤ ਹੈ। ਫਿਰ ਸੱਚੇ ਪਾਤਸ਼ਾਹ ਕਹਿੰਦੇ ਐਸੀ ਅਵਸਥਾ ਸਾਨੂੰ ਧਾਰਨ ਕਰਨੀ ਚਾਹੀਦੀ ਹੈ, ਸਾਨੂੰ ਮਿਲਣੀ ਹੈ। ਮਹਾਰਾਜ ਦਾ ਸ਼ਬਦ ਯਾਦ ਰੱਖਿਓ, ਜੀਵਨ ਵਿੱਚ ਇਸ ਗੱਲ ਨੂੰ ਵਿਚਾਰਨਾ ਹੈ ਕਿ ਭਾਈ ਮੇਰੇ ਮਾਲਕ ਹਮੇਸ਼ਾ ਸਾਨੂੰ ਜਿਹੜੇ ਘਟ ਬੈਠੇ ਰੱਬ ਹਨ, ਸੁੱਖ ਦਿੰਦੇ ਨੇ ਤੇ ਦੁੱਖਾਂ ਤੋਂ ਕੱਢਦੇ ਨੇ। ਤੇ ਜਿਉਂ-ਜਿਉਂ ਅਸੀਂ ਜੁੜੇ ਰਹਾਂਗੇ ਤੇ ਦੁੱਖ ਵੀ ਸਾਡੇ ਤੇ ਸੁੱਖ ਵੀ ਮਾਲਕ ਦੇ ਆਗਿਆ ਵਿੱਚ ਰਹਿ। ਧਿਆਨ। ਸੋ ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾ ਰਹੇ ਨੇ, ਕਹਿੰਦੇ ਭਾਈ ਸੁੱਖ ਦੁੱਖ ਸਮ ਕਰ ਨਾਮ ਆਧਾਰ। ਘਟ ਬੈਠੇ ਰੱਬ ਦਾ ਨਾਮ ਆਧਾਰ ਬਣਾ ਕੇ ਰੱਖਿਓ, ਸੁੱਖ ਜੀਵਨ ਦੇ ਤੇ ਦੁੱਖ ਸਮ ਹੋ ਜਾਣਗੇ। ਕਿ ਰੱਬ ਨੂੰ ਪਤਾ ਹੈ ਕਿ ਮੈਨੂੰ ਕੀ ਦੇਣਾ ਹੈ, ਰੱਬ ਨੂੰ ਪਤਾ ਹੈ ਕਿ ਮੈਨੂੰ ਦੁੱਖਾਂ ਤੋਂ ਕਿਵੇਂ ਬਚਾਉਣਾ ਹੈ। ਘਟ ਬੈਠੇ ਰੱਬ ਦਾ ਨਾਮ ਜੇ ਇਸ ਭਾਵ ਦੇ ਨਾਲ ਜਪਦੇ ਰਹਾਂਗੇ, ਕਹਿੰਦੇ ਭਾਈ ਦੋਨੋਂ ਸਮ ਕਰਕੇ ਹੋ ਜਾਣੇ, ਦੋਨੋਂ ਸਮ ਹੋ ਜਾਣੇ। ਮਹਾਰਾਜ ਕਹਿੰਦੇ ਫਿਰ ਇਹ ਆਪਣੇ ਉੱਤੇ ਦੁੱਖ ਨਹੀਂ ਵਿਆਪੇਗਾ, ਸੁੱਖਾਂ ਦੇ ਨਾਲ ਅਸੀਂ ਹਰਖਾਂਗੇ ਨਹੀਂ। ਧਿਆਨ, ਨਹੀਂ ਤਾਂ ਅਗਲਾ ਬੰਦਾ ਆਪਣੀ ਮਨ ਦੀ ਅਵਸਥਾ ਕਹਿੰਦੇ ਸੁੱਖ ਵਿੱਚ ਹਰਕ ਜਾਂਦੀ ਹੈ ਤੇ ਦੁੱਖ ਵਿੱਚ ਸੋਗ ਮਨਾਉਂਦੀ ਹੈ। ਹਰਕ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤੱਤ ਪਛਾਣ। ਉਹਨਾਂ ਨੇ ਤੱਤ ਨੂੰ ਪਛਾਣਿਆ ਮਹਾਰਾਜ ਕਹਿੰਦੇ। ਫਿਰ ਕਹਿੰਦੇ ਆਪੇ ਪਾਰ ਉਤਾਰਨਹਾਰਾ। ਫਿਰ ਘਟ ਬੈਠਾ ਰੱਬ ਜਿਹਦਾ ਨਾਮ ਜਪ ਰਹੇ ਹਾਂ, ਉਹ ਸਾਡੇ ਜੀਵਨ ਦਾ ਆਧਾਰ ਬਣ ਜਾਂਦਾ ਹੈ। ਕਹਿੰਦੇ ਫਿਰ ਰੱਬ ਆਪ ਪਾਰ ਉਤਾਰਨਹਾਰਾ, ਹਨਾ, ਆਪ ਜੀਵਨ ਇਸ ਭਵ ਸਾਗਰ ਤੋਂ ਪੈਂਦੇ ਭਾਈ ਪਾਰ ਕਰਦਾ ਹੈ, ਜਿਉਂਦਾ ਮੁਕਤ ਕਰਦਾ ਹੈ। ਕਹਿੰਦੇ ਆਪਣੇ ਵਿੱਚ ਮਿਲਾ ਲੈਂਦਾ ਹੈ। ਕਹਿੰਦੇ ਹੋਰ ਕੋਈ ਇਸ ਕਿਨਾਰੇ ਤੋਂ ਘਟ ਬੈਠੇ ਰੱਬ ਦੇ ਕਿਨਾਰੇ ਤੱਕ ਜਾਣ ਦਾ ਕੋਈ ਦੂਜਾ ਰਾਸਤਾ ਨਹੀਂ। ਇਸ ਜੀਵਨ ਨੂੰ ਪ੍ਰਾਪਤ ਕਰਕੇ ਰੱਬ ਦੇ ਵਿੱਚ ਮਿਲਣ ਦਾ ਕੋਈ ਦੂਜਾ ਰਾਸਤਾ ਨਹੀਂ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਐਸੀ ਅਵਸਥਾ ਸਿੱਖ ਦੀ ਸ਼ਬਦ ਦੇ ਨਾਲ ਬਣਦੀ ਹੈ। ਕਹਿੰਦੇ ਸੁੱਖ ਦੁੱਖ ਦੋਨੋਂ ਸਮ ਹੋ ਜਾਂਦੇ ਨੇ। ਸੋ ਸੱਚੇ ਪਾਤਸ਼ਾਹ ਹੁਣ ਅਗਲਾ ਸ਼ਬਦ ਕਹਿੰਦੇ ਨੇ, ਕਹਿੰਦੇ ਗੁਰ ਪਰਚੈ ਮਨ ਸਾਚ ਸਮਾਏ, ਪ੍ਰਣਵਤ ਨਾਨਕ ਕਾਲ ਨਾ ਖਾਏ। ਕਹਿੰਦੇ ਜੋ ਗੁਰੂ ਸਾਨੂੰ ਗੁਰ ਦਿੰਦੇ ਨੇ, ਜਿੱਥੇ ਗੁਰ ਸ਼ਬਦ ਆਵੇ ਨਾ ਜੀ, ਗੁਰੂ ਸ਼ਬਦ ਦਾ ਇਹ ਗਿਆਨ, ਗੁਰੂ ਸ਼ਬਦ ਦੀ ਦਿੱਤੀ ਹੋਈ ਸੋਝੀ ਨੂੰ ਗੁਰ ਕਹਿ ਕੇ ਮੰਨਣਾ, ਇਹਦੇ ਨਾਲ
दो रस्ते साडे जीवन दे खुलदे ने। एक तां पहला रास्ता कि असीं गुरु रब दी बाणी नूं कह रहे, कोई तस्वीर नाल नहीं जुड़ना जी, ध्यान रखना। गुरु सानू जो गुर दिंदे ने, जुगत दिंदे ने, फिर बाणी तो असीं जुगत सिੱਖਦੇ ਹਾਂ। बाणी तो जोग दी जुगत जीवन च अपने आधार बनाने हैं, है ना। महाराज कहते इस परचे नाल चलना, ਇਹਨੂੰ ਜੀਵਨ ਦੇ ਵਿੱਚ ਜੋ ਸਾਨੂੰ ਗੁਰ ਪਰਚਾ ਪਾਊਗਾ। ਜੇ ਗੁਰ ਕਹੂਗਾ ਭਾਈ ਆਏ ਘੱਟ ਬੈਠੇ ਰੱਬ ਨੂੰ ਯਾਦ ਕਰਨਾ ਹੈ, ਉਹ ਰੱਬ ਹਰੇਕ ਵਿੱਚ ਵਸਦਾ ਹੈ, ਉਸ ਪਰਚੇ ਥੇਂਦੀ ਆਪਣੀ ਸੁਰਤ ਨੂੰ ਲੰਘਾਉਣਾ ਕਿ ਉਸ ਵਿੱਚੋਂ ਪਾਸ ਹੋ ਰਿਹਾ ਹੈ, ਉਸ ਵਿੱਚੋਂ ਲੰਘ ਰਿਹਾ ਹੈ। ਇਹ ਮਨ ਨੇ ਜੀਵਨ ਵਿੱਚ ਆਪਣੇ ਉੱਤੇ ਗੁਰੂ ਦੇ ਦੱਸੇ ਹੋਏ ਗੁਰ ਦਾ ਪਰਚਾ ਧਾਰਨ ਕਰਨਾ ਹੈ। ਇਸ ਨੂੰ ਸੋਲਵ ਕਰਦੇ ਰਹਿਣਾ ਹੈ ਮਨ ਨੇ। ਮਹਾਰਾਜ ਕਹਿੰਦੇ ਫਿਰ ਮਨ ਸਾਹ ਚ ਸਮਾਏ, ਫਿਰ ਉਸ ਸੱਚੇ ਘਟ ਬੈਠੇ ਮਾਲਕ ਦੇ ਵਿੱਚ ਕਹਿੰਦੇ ਰੱਬ ਆਪ ਸਾਨੂੰ ਆਪਣੇ ਵੱਲ ਲੈ ਕੇ ਜਾਂਦਾ ਹੈ, ਤਾਂ ਆਪਾਂ ਉਸ ਵਿੱਚ ਸਮਾਉਂਦੇ ਰਹਿਣੇ ਆ, ਉਸ ਵੱਲ ਜਾਂਦੇ ਰਹਿਣੇ ਆ, ਉਸ ਵੱਲ ਸਾਡੀ ਜੀਵਨ ਦੀ ਅਵਸਥਾ ਕਹਿੰਦੇ ਭਾਈ ਅੰਦਰ ਆਉਂਦੀ ਹੈ, ਨਹੀਂ ਤਾਂ ਨਹੀਂ ਆਉਂਦੀ। ਜਿੱਥੇ ਸਾਚ ਸ਼ਬਦ ਆ ਰਹੇ ਨੇ ਕੰਨਾਂ ਲਗਾਉਣਾ ਭੁੱਲਣਾ ਨਹੀਂ, ਧਿਆਨ ਰੱਖਣਾ। ਜੇ ਸਾਚ ਨੂੰ ਚੱਚੇ ਨੂੰ ਸਿਹਾਰੀ ਹੈ, ਉਹਦਾ ਅਰਥ ਹੈ ਸੱਚਾ ਜਿਹੜਾ ਰੱਬ ਆਪਣੇ ਅੰਦਰ ਵਸਦਾ ਹੈ, ਉਹ ਆਪਾਂ ਨੂੰ ਜੀਵਨ ਵਿੱਚ ਤਾਂ ਵਸੇਗਾ ਜੋ ਆਪ ਸਾਡੇ ਅੰਦਰ ਵਸਾਏਗਾ ਸਾਨੂੰ। ਧਿਆਨ ਰੱਖਣਾ, ਉੱਥੇ ਫਿਰ ਕੰਨਾਂ ਲਾ ਕੇ ਬੋਲਣਾ, ਉੱਥੇ ਜਾਣਨਾ ਇਸ ਚੰਦਰਮਾ ਦੇ ਘਰੇ ਹੁਣ ਸੂਰਜ ਆਪ ਆ ਰਿਹਾ। ਜਿਉਂ-ਜਿਉਂ ਸੂਰਜ ਅੰਦਰ ਆਊਗਾ ਚੰਦਰਮਾ ਦੇ ਘਰੇ, ਫਿਰ ਚੰਦਰਮਾ ਦੀ ਕਹਿੰਦੇ ਭਾਈ ਜਿਹੜੀ ਰੋਸ਼ਨੀ ਹੈ ਕਹਿੰਦੇ ਉਹ ਖਤਮ ਹੋ ਜਾਂਦੀ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਧਿਆਨ ਰੱਖਣਾ, ਖਿਆਲ ਰੱਖੋ ਜਿਵੇਂ ਇੱਕ ਬੂੰਦ ਵਿੱਚ ਸਾਗਰ ਆਪ ਆ ਕੇ ਵਸ ਜੇ, ਹਨਾ। ਇਸ ਜਿਵੇਂ ਚੰਦਰਮਾ ਇੱਕ ਬੂੰਦ ਹੈ, ਸੂਰਜ ਬਹੁਤ ਵੱਡਾ ਹੈ, ਹਨਾ। ਕਹਿੰਦੇ ਜਿਵੇਂ ਜਾਣੋ ਕਿ ਮਨ ਵਿੱਚ, ਮਨ ਜੋਤੀ ਵਿੱਚ ਰੱਬ ਦੀ ਜੋਤ ਵਸ ਜਾਏ, ਕਹਿੰਦੇ ਫਿਰ ਪੂਰਨ ਗਿਆਨ ਹੁੰਦਾ, ਤਾਂ ਇਹ ਸੱਚ ਸਾਚ ਵਿੱਚ ਸਮਾਉਂਦਾ। ਇਹ ਮਨ ਕਹਿੰਦੇ ਭਾਈ ਜਦੋਂ ਸੱਚੇ ਰਾਸਤੇ ਤੁਰਿਆ ਹੁੰਦਾ ਹੈ, ਸੱਚੇ ਮਾਲਕ ਦੇ ਘਰ ਵਸਦਾ ਹੈ। ਕਹਿੰਦੇ ਪ੍ਰਣਵਤ ਨਾਨਕ ਕਾਲ ਨਾ ਖਾਏ, ਬੇਨਤੀ ਕਰ ਰਹੇ ਨੇ ਨਾਨਕ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਚਰਨਾਂ ਵਿੱਚ ਜੁੜ ਕੇ ਘਟ ਬੈਠੇ ਰੱਬ ਦੀ, ਕਹਿੰਦੇ ਤੁਹਾਨੂੰ ਮੈਂ ਸੱਚੀ ਗੱਲ ਦੱਸਦਾ, ਕਹਿੰਦੇ ਫਿਰ ਕਾਲ ਨਹੀਂ ਖਾਏ, ਸਮੇਂ ਸਾਡੇ ਉੱਤੇ ਪ੍ਰਭਾਵ ਨਹੀਂ ਪਾ ਸਕੇਗਾ। ਸਮੇਂ ਮਹਾਰਾਜ ਕਹਿੰਦੇ ਸ਼ਬਦੇ ਕਾਲ ਮਾਰ, ਐਸੇ ਸ਼ਬਦ ਨਾਲ ਕਾਲ ਖਤਮ ਹੋ ਜਾਂਦਾ, ਸੱਚ ਉਧਾਰ ਫਿਰ ਆਵਨ ਜਾਣ ਨਾ ਹੋਇਆ, ਫਿਰ ਇਹਦਾ ਆਵਾ ਗਵਨ ਖਤਮ ਹੁੰਦਾ। ਸੋ ਇਸ ਗੱਲ ਨੂੰ ਸਮਝਣਾ ਕਿ ਕਾਲ ਜਿਹੜਾ ਹੈ ਇਹ ਸ਼ਬਦਾਂ ਦੇ ਨਾਲ ਹੀ ਘਟਦਾ ਵੱਧਦਾ। ਜੇ ਸਾਨੂੰ ਨਾ ਬੋਲਣਾ ਆਇਆ ਤੇ ਕਾਲ ਵੱਧ ਜਾਂਦਾ ਸਾਡੇ ਉੱਤੇ। ਜੇ ਸਾਨੂੰ ਸ਼ਬਦ ਸਹੀ ਤਰੀਕੇ ਨਾਲ ਘਟ ਬੈਠੇ ਰੱਬ ਨੂੰ ਪ੍ਰਯੋਗ ਕਰਨਾ ਆ ਜਾਏ ਤੇ ਅਸੀਂ ਸ਼ਬਦਾਂ ਨੂੰ ਸੰਸਾਰ ਦੇ ਵਿੱਚ ਘਟ ਬੈਠੇ ਰੱਬ ਨੂੰ ਜਨਾਉਂਦਿਆਂ ਹੋਇਆਂ ਕਹਿੰਦੇ ਇਹਨੂੰ ਸ਼ਬਦਾਂ ਨੂੰ ਪ੍ਰਯੋਗ ਕਰਨ ਲੱਗ ਜਾਈਏ, ਕਹਿੰਦੇ ਫਿਰ ਕਾਲ ਨਹੀਂ ਸਾਡੇ ਜੀਵਨ ਤੇ ਪ੍ਰਭਾਵ ਪਾਉਂਦਾ। ਯਾਦ ਰੱਖਣਾ, ਨਹੀਂ ਤਾਂ ਕਹਿੰਦੇ ਆ ਜਿਹੜਾ ਕਾਲ ਹੈ ਕਹਿੰਦੇ ਜੀਵਨ ਵਿੱਚ ਵੱਧਦਾ ਹੈ ਜੇ ਸਾਡੇ ਸ਼ਬਦ ਸਹੀ ਤਰੀਕੇ ਦੇ ਨਾਲ ਨਾ ਘੜੇ ਹੋਣ। ਜੇ ਸ਼ਬਦ ਸਹੀ ਤਰੀਕੇ ਨਾਲ ਘੜੇ ਹੋਣ ਕਹਿੰਦੇ ਕਾਲ ਖਤਮ ਹੋ ਜਾਂਦਾ, ਕਾਲ ਖਤਮ ਹੋਣ ਲੱਗ ਜਾਂਦੇ। ਕਹਿੰਦੇ ਐਸੀ ਅਵਸਥਾ ਕਹਿੰਦੇ ਕਾਲ ਵਧਣ ਦੀ ਤਾਂ ਹੁੰਦੀ ਹੈ ਜੇ ਸਾਡਾ ਸ਼ਬਦ ਘਟ ਬੈਠੇ ਰੱਬ ਤੋਂ ਟੁੱਟ ਜਾਏ। ਧਿਆਨ, ਜਿੰਨਾ ਅਸੀਂ ਬੋਲਦੇ ਹਾਂ ਨੋਰਮਲ, ਤੁਸੀਂ ਜੋ ਅਸੀਂ ਬੋਲਦੇ ਹਾਂ ਸ਼ਬਦਾਂ ਦੁਆਰਾ, ਇਹਨਾਂ ਸ਼ਬਦਾਂ ਨੂੰ ਆਪਾਂ ਨੇ ਘਟਣਾ। ਨੋਰਮਲ ਚਾਹੇ ਕਿਸੇ ਭਾਸ਼ਾ 'ਚ ਬੋਲ ਰਹੇ ਹਾਂ ਆਪਾਂ ਸ਼ਬਦ, ਤਾਂ ਗੁਰਬਾਣੀ ਦੇ ਸ਼ਬਦ ਰਾਹੀਂ ਆਪਣੇ ਸ਼ਬਦ ਨੂੰ ਘਟਦੇ ਰਹਿਣਾ, ਤਾਂ ਕਿ ਹਰ ਸ਼ਬਦ ਰਾਹੀਂ ਘਟ ਬੈਠੇ ਰੱਬ ਤੋਂ ਬਿਨਾਂ ਸਾਡਾ ਕੋਈ ਸ਼ਬਦ ਬਾਹਰ ਨਾ ਆਵੇ। ਧਿਆਨ ਰੱਖਣਾ, ਜੇ ਸਾਡਾ ਸ਼ਬਦ ਘੜਿਆ ਜਾਏਗਾ ਜੀਵਨ ਵਿੱਚ ਸ਼ਬਦ ਪ੍ਰਕਾਸ਼ ਹੋ ਜਾਏਗਾ, ਫਿਰ ਕਾਲ ਖਤਮ ਹੋ ਜਾਏਗਾ। ਧਿਆਨ ਰੱਖਣਾ, ਫਿਰ ਕਾਲ ਖਤਮ ਹੋ ਜਾਏਗਾ। ਇਹ ਜੀਵਨ ਦਾ ਰਾਸਤਾ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰ ਰਹੇ। ਇਸ ਗੱਲ ਨੂੰ ਸਾਡੇ ਜੀਵਨ 'ਚ ਪ੍ਰਬਲਤਾ ਨਾਲ ਟਿਕਾਉਣਾ ਹੈ। ਸਾਡਾ ਸ਼ਬਦ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ, ਤਾਂ ਕਾਲ ਖਤਮ ਹੁੰਦਾ ਹੈ। ਨਹੀਂ ਤਾਂ ਜੀਵਨ ਵਿੱਚ ਕਹਿੰਦੇ ਭਾਈ ਕਾਲ ਸਤਾਉਂਦਾ ਰਹਿੰਦਾ। ਕਹਿੰਦੇ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ, ਉਦੋਂ ਤੱਕ ਕਾਲ ਸਾਨੂੰ ਤੰਗ ਕਰਦਾ ਹੈ। ਸਮੇਂ ਸਾਡੇ ਉੱਤੇ ਜਰਾ ਰੋਗ ਲੈ ਕੇ ਆਉਂਦਾ ਹੈ, ਹਨਾ। ਸਰੀਰ ਦੇ ਵਿੱਚ ਬੁਢਾਪਾ ਆਉਣ ਲੱਗ ਜਾਂਦਾ, ਤਕਲੀਫਾਂ ਵਿੱਚ ਲੰਘਦਾ ਸਰੀਰ। ਮਹਾਰਾਜ ਕਹਿੰਦੇ ਭਾਈ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ, ਸ਼ਬਦ ਪਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ।
ਸਾਹਿਬ ਤੁਲ ਨਾ ਤੋਲੀਏ ਕਥਨ ਨਾ ਪਾਇਆ ਜਾਏ। ਕਹਿੰਦੇ ਭਾਈ ਜੇ ਸ਼ਬਦ ਰਾਹੀਂ ਸਹੀ ਤਰੀਕੇ ਨਾਲ ਕਹਿੰਦੇ ਬੋਲ ਹੋਵੇ ਤੇ ਫਿਰ ਜਿੱਥੇ ਆਪਾਂ ਇਸ ਤਰ੍ਹਾਂ ਬੋਲ ਸਕੀਏ ਕਿ ਮੇਰੇ ਮਾਲਕ ਇਹ ਤੂੰ ਬੁਲਾ ਰਿਹਾ ਤਾਂ ਆਪਾਂ ਬੋਲ ਰਹੇ ਹਾਂ, ਫਿਰ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ। ਧਿਆਨ ਰੱਖਣਾ, ਉਹ ਸ਼ਬਦ ਦਾ ਪ੍ਰਕਾਸ਼ ਜਿਸ ਵੇਲੇ ਸਾਡੇ ਅੰਦਰ ਘੱਟ ਬੈਠੇ ਰੱਬ ਦਾ ਹੋਣ ਲੱਗ ਜਾਏ, ਫਿਰ ਕਾਲ ਨਹੀਂ ਤਕਲੀਫ ਦਿੰਦਾ। ਧਿਆਨ ਰੱਖਣਾ, ਕਹਿੰਦੇ ਐਸੀ ਅਵਸਥਾ ਸ਼ਬਦ ਗੁਰੂ ਦੀ ਹੈ। ਸੋ ਅਸੀਂ ਕਿਸੇ ਦੇਹਧਾਰੀ ਗੁਰੂ ਨਾਲ ਨਹੀਂ ਜੁੜਨਾ ਜੀ। ਧਿਆਨ ਰੱਖਣਾ, ਨਾਨਕ ਸੱਚੇ ਪਾਤਸ਼ਾਹ ਜੀ ਦਾ ਇੱਕ ਬਹੁਤ ਸੁੰਦਰ ਸ਼ਬਦ ਸਾਡੇ ਸਾਹਮਣੇ ਆਇਆ ਜਿਸ ਵੇਲੇ ਅਸੀਂ ਪੜ੍ਹ ਰਹੇ ਸੀ। ਮਹਾਰਾਜ ਕਹਿੰਦੇ ਹਨ ਭਾਈ ਆਹ ਦੇਖਿਓ ਨਾਨਕ ਪਾਤਸ਼ਾਹ ਦਾ ਸਰੀਰ ਸ਼ਬਦ, ਕਹਿੰਦੇ ਇਹ ਸਰੀਰ ਹੈ ਤ੍ਰੈ ਗੁਣ ਧਾਤ। ਨਾਨਕ ਪਾਤਸ਼ਾਹ ਦਾ ਸ਼ਬਦ ਹੈ। ਧਿਆਨ ਰੱਖਣਾ, ਮਹਾਰਾਜ ਇਹ ਸ਼ਬਦ ਕਹਿਣਗੇ ਇਸ ਨੂੰ ਵਿਆਪੈ ਸੋਗ ਸੰਤਾਪ, ਕਹਿੰਦੇ ਸੋ ਸੇਵੋ ਜਿਸ ਮਾਈ ਨਾ ਪਾਪ। ਹੁਣ ਦੇਖੋ ਮਹਾਰਾਜ ਨਾਨਕ ਪਾਤਸ਼ਾਹ ਖੁਦ ਕਹਿ ਰਹੇ ਨੇ, ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਆਪਾਂ ਆਪਣੀ ਅੰਨੀ ਸ਼ਰਧਾ ਨਾਲ ਨਹੀਂ ਚੱਲਣਾ। ਸਾਡਾ ਮਨ ਅੰਨਾ ਹੈ। ਜੋ ਗੁਰੂ ਮਹਾਰਾਜ ਸਾਨੂੰ ਕਹਿ ਰਹੇ ਨੇ ਅਸੀਂ ਉਹਨਾਂ ਸ਼ਬਦਾਂ ਦੇ ਨਾਲ ਜੀਵਨ ਨੂੰ ਦੀ ਭਗਤੀ ਕਰਨੀ ਹੈ। ਮਹਾਰਾਜ ਕਹਿੰਦੇ ਉਹਨੂੰ ਸੇਵੋ, ਉਹਦੀ ਬੰਦਗੀ ਕਰੋ, ਸੇਵਾ ਕਰਦਿਆਂ ਹੋਇਆ ਸੰਸਾਰ ਦੇ ਵਿੱਚ ਰੱਬ ਨੂੰ ਧਿਆਓ ਜਿਸ ਦਾ ਕੋਈ ਮਾਈ ਤੇ ਬਾਪ ਨਹੀਂ ਹੈ। ਧਿਆਨ ਰੱਖਣਾ, ਨਾਨਕ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਵੀ ਸਨ, ਪਿਤਾ ਜੀ ਵੀ ਸਨ, ਹਨਾ। ਮਹਾਰਾਜ ਕਹਿੰਦੇ ਮੇਰੇ ਸਰੀਰ ਦੀ ਬੰਦਗੀ ਨਾ ਕਰ। ਧਿਆਨ ਰੱਖਣਾ, ਨਾਨਕ ਸੱਚੇ ਪਾਤਸ਼ਾਹ ਕਹਿੰਦੇ ਆਪ ਇਹ ਸ਼ਬਦ ਬੋਲ ਰਹੇ ਨੇ, ਕਹਿੰਦੇ ਵਿੱਚੋਂ ਚੁੱਕੈ ਤਿਸਨਾ ਅਰ ਆਪ। ਜਦੋਂ ਐਸੇ ਰੱਬ ਦੀ ਬੰਦਗੀ ਕਰਾਂਗੇ ਆਪਣੇ ਵਿੱਚੋਂ ਫਿਰ ਤ੍ਰਿਸ਼ਨਾ ਤਿੰਨੋਂ ਗੁਣਾਂ ਦੀ ਜਿਹੜੀ ਆਗਣ ਹੈ ਖਤਮ ਹੋਏਗੀ ਤੇ ਆਪਣਾ ਆਪਾ ਖਤਮ ਹੋ ਜਾਏਗਾ। ਜਿਹੜਾ ਹੰਗਤਾ ਸਰੂਪ ਹੈ ਨਾ ਪ੍ਰਭਾਤੀ ਰਾਗ ਦਾ ਸ਼ਬਦ ਹੈ। ਧਿਆਨ ਰੱਖਣਾ, ਨਾਨਕ ਪਾਤਸ਼ਾਹ ਦਾ ਪਹਿਲੇ ਪਾਤਸ਼ਾਹ, ਇਹ ਸਾਰੇ ਸ਼ਬਦ ਨੂੰ ਧਿਆਨ ਨਾਲ ਪੜ੍ਹਿਓ। ਮਹਾਰਾਜ ਕਹਿੰਦੇ ਬਿਨ ਸਤਿਗੁਰ ਕਿਛ ਸੋਝੀ ਨਹੀਂ। ਹੁਣ ਨਾਨਕ ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਮੇਰੇ ਬਿਨਾਂ ਤੁਹਾਨੂੰ ਸੋਝੀ ਨਹੀਂ ਮਿਲਣੀ। ਮਹਾਰਾਜ ਕਹਿੰਦੇ ਭਾਈ ਜਿਹੜਾ ਮੈਂ ਸ਼ਬਦ ਗੁਰੂ ਦੇ ਮਗਰ ਲੱਗਿਆ, ਸ਼ਬਦ ਗੁਰੂ ਦੇ ਲੜ ਲੱਗਿਆ, ਉਹ ਤੋਂ ਮੈਂ ਜਿਹੜਾ ਗੁਰ ਲੈ ਕੇ ਸਤ ਕਰਕੇ ਉਸ ਗੁਰ ਨੂੰ ਮੰਨਿਆ, ਉਦੋਂ ਤੱਕ ਮੈਨੂੰ ਸੋਝੀ ਨਹੀਂ ਮਿਲੀ, ਕਿਸੇ ਨੂੰ ਨਹੀਂ ਮਿਲਦੀ। ਬਿਨ ਸਤਿਗੁਰ ਕਿਨੇ ਨਾ ਪਾਇਓ, ਨਾਨਕ ਸੱਚੇ ਪਾਤਸ਼ਾਹ ਦਾ ਸ਼ਬਦ ਹੈ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟਾਕ ਸੁਣਾਇਆ। ਸੋ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਬਹੁਤ ਧਿਆਨ ਨਾਲ ਪੜ੍ਹਨਾ। ਮਹਾਰਾਜ ਦਾ ਕਹਿੰਦੇ ਖਟ ਕਰਮ ਦਾ ਨਾਮ ਹੈ, ਕਹਿੰਦੇ ਉਹ ਨਿਰੰਜਨ ਦਾ ਹੀ ਹੈ, ਘੱਟ ਬੈਠੇ ਮਾਲਕ ਦਾ ਹੀ ਹੈ। ਧਿਆਨ ਰੱਖਣਾ, ਜਿਹੜਾ ਕਹਿੰਦੇ ਭਾਈ ਘੱਟ ਬੈਠੇ ਰੱਬ ਨੂੰ ਗੁਣਾਂ ਦਾ ਸਾਗਰ ਕਹਿਣਾ, ਤੂੰ ਗੁਣ ਸਾਗਰ ਅਬ ਗੁਣ ਮੋਹੀ। ਕਹਿੰਦੇ ਮੇਰੇ ਚ ਤਾਂ ਨਾਨਕ ਪਾਤਸ਼ਾਹ ਕਹਿੰਦੇ ਅਬ ਗੁਣ ਨੇ। ਧਿਆਨ ਰੱਖਣਾ, ਇਹ ਸਰੀਰ ਦੀ ਪੂਜਾ ਨਾ ਕਰਿਓ। ਕਹਿੰਦੇ ਭਾਈ ਘੱਟ ਬੈਠਾ ਰੱਬ ਗੁਣਾਂ ਵਾਲਾ ਹੈ। ਸੱਚੇ ਪਾਤਸ਼ਾਹ ਜੀ ਦਾ ਦੇਖੋ ਪੂਰਾ ਸ਼ਬਦ ਆ, ਕਹਿੰਦੇ ਮਾਇਆ ਧੰਦਾ ਧਾਵਨੀ ਦੁਰਮਤ ਕਰ ਵਿਕਾਰ ਮੂਰਖ ਆਪ ਗਨਾਏਂਦਾ। ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਗਨਾਇਆ ਹੀ ਨਹੀਂ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਬੁੱਝ ਨਾ ਸਕੈ ਕਾਰ, ਫਿਰ ਉਹ ਰੱਬ ਦੀ ਕਾਰ ਨਹੀਂ ਬੁੱਝ ਸਕਦਾ ਜਿਹੜਾ ਆਪਣੇ ਆਪ ਨੂੰ ਜਨਾਉਂਦਾ। ਸੋ ਉਸ ਰੱਬ ਨੂੰ ਗਾਓ ਜਿਸ ਨੂੰ ਨਾਨਕ ਪਾਤਸ਼ਾਹ ਜੀ ਨੇ ਗਾਇਆ, ਉਸ ਰੱਬ ਨੂੰ ਗਾਉਣਾ ਸਿੱਖੀਏ ਜਿਹਨੂੰ ਨਾਨਕ ਸੱਚੇ ਪਾਤਸ਼ਾਹ ਜੀ ਨੇ ਘੱਟ ਬੈਠੇ ਰੱਬ ਨੂੰ ਗਾਉਣਾ ਸਿਖਾਇਆ। ਧਿਆਨ ਰੱਖਣਾ, ਸੋ ਐਸੀ ਅਵਸਥਾ ਨੂੰ ਪੁੱਛਿਓ। ਕਹਿੰਦੇ ਝੂਠੀ ਮਨ ਕੀ ਮਤ ਹੈ, ਕਰਨੀ ਬਾਦ ਵਿਵਾਦ, ਝੂਠੇ ਵਿੱਚ ਅਹੰਕਰਨ ਹੈ, ਖਸਮ ਨਾ ਪਾਵ ਐਸਾ। ਮਹਾਰਾਜ ਕਹਿੰਦੇ ਭਾਈ ਦੇਖਿਓ ਕਿਤੇ ਆਪਣੀ ਮਨ ਦੀ ਮਤ ਮਗਰ ਤੁਰ ਪਵੋ। ਕਹਿੰਦੇ ਭਾਈ ਜਿਹੜਾ ਨਾਨਕ ਪਾਤਸ਼ਾਹ ਦਾ ਖਸਮ ਹੈ ਸਾਡਾ ਸਾਰਿਆਂ ਦਾ ਖਸਮ ਹੈ। ਧਿਆਨ ਰੱਖਣਾ, ਜਿਸ ਦੇ ਨਾਨਕ ਸੱਚੇ ਪਾਤਸ਼ਾਹ ਗੁਣ ਗਾਉਂਦੇ ਨੇ ਆਪਾਂ ਨੇ ਸਾਰੇ ਉਸਦੇ ਹੀ ਗੁਣ ਗਾਉਣੇ ਨੇ। ਯਾਦ ਰੱਖਿਓ, ਮਹਾਰਾਜ ਕਹਿੰਦੇ ਇਹ ਭਰਮ ਭੁੱਲੇ ਮਰੋ ਨਾ ਕੋਈ, ਸਤਿਗੁਰ ਸੇਵ ਸਦਾ ਸੁਖ ਹੋਏ। ਕਹਿੰਦੇ ਭਾਈ ਇਸ ਭਰਮ ਦੇ ਭੁੱਲੇ ਨਾ ਭੁੱਲ ਜਿਓ। ਕਹਿੰਦੇ ਧਿਆਨ ਰੱਖਣਾ, ਨਹੀਂ ਤਾਂ ਮਨ ਨਹੀਂ ਟਿਕਣਾ। ਕਹਿੰਦੇ ਸਤਿਗੁਰ ਸਤ ਕਰਕੇ ਗੁਰੂ ਦੇ ਗੁਰ ਵੱਲ ਕਹਿੰਦੇ ਧਿਆਨ ਰੱਖਦਿਆਂ ਹੋਇਆ ਸੇਵ ਕਰੋ, ਯਾਨੀ ਸੰਸਾਰ ਦੀ ਸੇਵਾ ਕਵਾਉਂਦੇ ਰੱਬ ਨੂੰ ਯਾਦ ਰੱਖੋ, ਸਭ ਦੇ ਵਿੱਚ ਰੱਬ ਵਸ ਰਿਹਾ। ਧਿਆਨ ਰੱਖਣਾ, ਸਦਾ ਸੁਖ ਹੋਏ ਬਿਨ ਸਤਿਗੁਰ ਮੁਕਤ ਕਿਨੇ ਨਾ ਪਾਈ। ਜਿਨ੍ਹਾਂ ਨੇ ਸਤ ਕਰਕੇ ਗੁਰੂ ਦੇ ਬਾਣੀ ਗੁਰੂ ਦੇ ਗੁਰ ਨੂੰ ਗਿਆਨ ਨੂੰ ਕਹਿੰਦੇ ਭਾਈ ਸਤ ਕਰਕੇ ਹਮੇਸ਼ਾ ਵਾਸਤੇ ਨਹੀਂ ਮੰਨਿਆ, ਉਹਨੂੰ ਕਦੇ ਮੁਕਤੀ ਨਹੀਂ ਮਿਲੀ। ਕਹਿੰਦੇ ਉਹ ਆਉਂਦੇ ਜਾਂਦੇ ਜੰਮਦੇ ਮਰਦੇ ਰਹਿਣ। ਕਹਿੰਦੇ ਬਿਨ ਸਤਿਗੁਰ ਮੁਕਤ ਕਿਨੇ ਨਾ ਪਾਈ, ਆਵੈ ਜਾਏ ਮਰੈ ਮਰ ਜਾਏ। ਸੋ ਮਹਾਰਾਜ ਕਹਿੰਦੇ ਇਹ ਸਰੀਰ ਹੈ ਤ੍ਰੈ ਗੁਣ ਧਾਤ, ਜਿਸ ਨੂੰ ਵਿਆਪੈ ਸੋਗ ਸੰਤਾਪ, ਸੋ ਸੇਵੋ ਜਿਸ ਮਾਈ ਨਾ ਬਾਪ, ਵਿੱਚੋਂ ਚੁਕੈ ਤ੍ਰਿਸ਼ਨਾ ਔਰ ਆਪ। ਇਹ ਬਹੁਤ ਬੜਾ ਸ਼ਬਦ ਹੈ।
कहने जह जह देखा तह तह सोई, बिन सतगुर भेटे मुक्त न होई, हिरदे सच ਇਹ करनी सार, होर सब पाखंड वाहिगुरु। कहने होर सब पाखंड पूज खुआर, जिन्नी मर्जी पूजा कर लियो कहने खुआरी हो जानी, फिर आखो सतनाम, अखीर च खुआरी हो जानी। किसे पातशाह की फोटो रख के पूजा ना करो जी, ये महाराज का अपना शब्द उच्चारण किया है, ये साडे वास्ते उपदेश है। महाराज कहते दुबदा चुकै तां शब्द पछाण, ਜਦੋਂ ਦੁਬਦਾ खत्म होती है ना ਤਾਂ अपने शब्द ਨੂੰ ਕਹਿੰਦੇ ਘਟ ਬੈਠੇ ਰੱਬ ਦੇ ਸ਼ਬਦ ਨਾਲ ਘੜੇ ਘੜ ਕੇ ਪਛਾਣ ਸਕਦੇ ਆ ਕਿ ਉਹ ਭਾਈ ਮੇਰਾ ਸ਼ਬਦ ਕਿੰਨਾ ਹਾਲੇ ਉਖੜਿਆ ਹੋਇਆ, ਮੈਂ ਕਿੰਨਾ ਰੱਬ ਨੂੰ ਭੁਲਾ ਕੇ ਸ਼ਬਦ ਮੇਰਾ ਹਾਲੇ ਉਚਾਰਨ ਹੋ ਰਿਹਾ, ਮੇਰਾ ਸ਼ਬਦ ਘਟ ਬੈਠੇ ਰੱਬ ਦੇ ਵੱਲ ਕਿਉਂ ਨਹੀਂ ਜਾ ਰਿਹਾ, ਕਿਉਂਕਿ ਅਸੀਂ ਤਾਂ ਫੋਟੋਆਂ ਨਾਲ ਜੁੜੇ ਹੋਏ ਆ, ਅਸੀਂ ਤਾਂ ਸ਼ਰੀਰਾਂ ਨਾਲ ਜੁੜ ਗਏ, ਸ਼ਬਦ ਨੂੰ ਘੜਨ ਦਾ ਤਾਂ ਸਾਡੇ ਅੰਦਰ ਮਤਲਬ ਹੀ ਖਤਮ ਹੋ ਗਿਆ। ਸੋ ਮਹਾਰਾਜ ਕਹਿੰਦੇ ਭਾਈ ਆਪਣੇ ਘਰ ਵਿੱਚ ਜੈਸਾ ਰੱਬ ਹੈ ਐਸਾ ਦੂਜੇ ਵਿੱਚ ਵੀ ਸਾਡੇ ਮਨ ਨੇ ਦੇਖਣਾ ਹੈ। ਘਰ ਬਾਹਰ ਏਕੋ ਕਰ ਜਾਣ, ਇਹਾ ਮਤ ਸ਼ਬਦ ਹੈ ਸਾਰ, ਵਿੱਚ ਦੁਬਦਾ ਮਾਥੇ ਪਵੈ ਛਾਰ। ਕਹਿੰਦੇ ਜਿਹੜੇ ਦੁਬਦਾ ਵਿੱਚ ਰਹਿੰਦੇ ਨੇ ਆ ਜਾਣੋ ਆਪਣੇ ਮੱਥੇ ਤੇ ਆਪ ਹੀ ਮਿੱਟੀ ਪਾਈ ਜਾਂਦੇ, ਆਪ ਆਪਣੀ ਮਤ ਨੂੰ ਖਤਮ ਕਰੀ ਜਾ ਰਹੇ। ਸੋ ਇਸ ਮਤ ਨੂੰ ਉਜਾਗਰ ਕਰੋ ਮਹਾਰਾਜ ਦੇ ਸ਼ਬਦ ਨਾਲ। ਕਹਿੰਦੇ ਕਰਨੀ ਕੀਰਤ ਗੁਰਮਤਿ ਸਾਰ, ਸੰਤ ਸਭਾ ਗੁਣ ਗਿਆਨ ਵਿਚਾਰ, ਮਨ ਮਾਰੇ ਜੀਵਤ ਮਰ ਜਾਣ। ਕਹਿੰਦੇ ਮਨ ਨੂੰ ਜਿਉਂਦੇ ਮਰ ਦਿਓ, ਮਨ ਆਪਣਾ ਮਰ ਜਾਏ ਸ਼ਬਦ ਰਾਹੀਂ ਧਿਆਨ ਰੱਖਣਾ, ਰੱਬ ਦਾ ਸ਼ਬਦ ਪ੍ਰਗਟ ਹੋਵੇ ਤਾਂ ਜਾਣੋ ਨਾਨਕ ਨਦਰੀ ਨਦਰ ਪਛਾਣ। ਇਸ ਸ਼ਬਦ ਦਾ ਧਿਆਨ ਰੱਖਣਾ, ਇਹ ਨਾਨਕ ਸੱਚੇ ਪਾਤਸ਼ਾਹ ਦਾ ਸ਼ਬਦ ਆਪਾਂ ਗਾ ਰਹੇ ਸੀ। ਸੋ ਇੱਥੇ ਸਿੱਧਾਂ ਨੂੰ ਜਿਹੜਾ ਉਪਦੇਸ਼ ਦੇ ਰਹੇ ਨੇ ਮਹਾਰਾਜ, ਉਹ ਇਹ ਉਪਦੇਸ਼ ਦੇਣਾ ਕਰ ਰਹੇ ਨੇ। ਕਹਿੰਦੇ ਸ਼ਬਦ ਹਮੇਸ਼ਾ ਗੁਰੂ ਰਿਹਾ, ਜਿਨ ਸ਼ਬਦ ਗੁਰੂ ਸੁਨ ਮੰਨਿਆ, ਤਿਨ ਮਨ ਧਿਆਇਆ ਹਰ ਸੋਏ, ਅੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਸ਼ਬਦ ਰੱਬ ਦਾ ਕਰਕੇ ਗੁਰੂ ਮੰਨੋ ਜੀ, ਰੱਬ ਦਾ ਸ਼ਬਦ ਸਾਨੂੰ ਜੀਵਨ ਦਾ ਹਰ ਪਲ ਤੇ ਸੇਧ ਦੇਗਾ। ਜਿਹਨੂੰ ਅਸੀਂ ਕਹਿੰਦੇ the inner voice speaks through us of God, God speaks through us, through every human। ਹਰੇਕ ਬੰਦੇ ਵਿੱਚੋਂ ਰੱਬ ਬੋਲਦੇ ਨੇ। ਸਭ ਹੈ ਘਟ ਰਾਮ ਬੋਲ ਰਿਹਾ, ਰਾਮਾ ਬੋਲ ਰਿਹਾ, ਇਹ ਰੱਬ ਹੀ ਹੈ ਜਿਹਨੇ ਕਾਲ ਬਣਾਇਆ। ਧਿਆਨ ਆ ਹਰੇਕ ਕਾਲ ਬਣਿਆ ਨਾ, ਸਭ ਦਾ ਟਾਈਮ ਜਿਹੜਾ ਬਣਿਆ ਹੋਇਆ ਇਹ ਰੱਬ ਨੇ ਬਣਾਇਆ, ਰੱਬ ਦੇ ਅਧੀਨ ਹੈ ਕਾਲ। ਰੱਬ ਤੋਂ ਜਿਤਨਾ ਦੂਰ ਜਾਵਾਂਗੇ ਕਾਲ ਉਨਾ ਸਤਾਈ ਜਾਏਗਾ, ਜਿੰਨਾ ਅਸੀਂ ਰੱਬ ਦੇ ਨੇੜੇ ਜਾਵਾਂਗੇ ਕਹਿੰਦੇ ਭਾਈ ਇਹ ਕਾਲ ਫਿਰ ਰੱਬ ਦੇ ਵਿੱਚ ਸਮਾਵਾ ਜਾਏ, ਕਾਲ ਨਹੀਂ ਸਾਨੂੰ ਛੂਏਗਾ। ਧਿਆਨ ਰੱਖੋ। ਸੋ ਇਹ ਸ਼ਬਦ ਰਾਹੀਂ ਹੀ, ਜੋ ਘਟ ਬੈਠੇ ਰੱਬ ਦਾ ਸ਼ਬਦ ਹੈ, ਇਹਦੇ ਰਾਹੀਂ ਹੀ ਕਾਲ ਮਰਦਾ ਹੈ। ਕਹਿੰਦੇ ਇਸ ਸ਼ਬਦ ਨੂੰ ਜਦੋਂ ਆਪਾਂ ਗਾਵਾਂਗੇ ਘਟ ਬੈਠੇ ਰੱਬ ਦੇ ਵਿੱਚ ਧਿਆਨ ਰੱਖ ਕੇ ਗਾਉਣਾ, ਆਪਣੇ ਅੰਦਰ ਜਿਹੜਾ ਰੱਬ ਵਸਦਾ ਹੈ ਉਹਦੇ ਵਿੱਚ ਧਿਆਨ ਰੱਖ ਕੇ ਗਾਉਣਾ, ਤਾਂ ਇਹ ਕਾਲ ਸਾਡੇ ਸ਼ਬਦ ਰਾਹੀਂ ਕਹਿੰਦੇ ਭਾਈ ਮਾਰਕ ਦੇ ਸ਼ਬਦਾਂ ਰਾਹੀਂ ਖਤਮ ਹੁੰਦਾ ਹੈ। ਆ ਜਿੰਨੇ ਸਾਡੇ ਖਿਆਲ ਆਉਂਦੇ ਨੇ ਨਾ ਜੀ, ਕਹਿੰਦੇ ਭਾਈ ਇਹ ਸ਼ਬਦ ਨਾਲ ਖਤਮ ਕਰਦੇ ਨੇ ਕਿ ਰੱਬ ਦੇ ਘਰ ਇਹ ਸਭ ਖਿਆਲ ਜਿਹੜੇ ਆ ਰਹੇ ਨੇ ਸਾਡੇ ਮਨ ਨੂੰ ਆਵੇ, ਸ਼ਬਦਾਂ ਰਾਹੀਂ ਬੋਲ ਸਕੇ ਮਨ ਕਿ ਮੇਰੇ ਮਾਲਕ ਇਹ ਤੂੰ ਜਾਣਦਾ, ਤੈਨੂੰ ਸਭ ਪਤਾ ਹੈ, ਤੂੰ ਅੰਤਰਜਾਮੀ ਹੈ। ਤਾਂ ਸਾਡਾ ਸ਼ਬਦ ਘੜਿਆ ਜਾਣਾ ਹੈ, ਸਾਡਾ ਸ਼ਬਦ ਮਰਨਾ ਹੈ ਤੇ ਰੱਬ ਦਾ ਸ਼ਬਦ ਪ੍ਰਕਾਸ਼ ਹੋਣਾ ਹੈ। ਸੋ ਆਪਣੇ ਵਰਡਸ ਜਿਹੜੇ ਨੇ, ਉਹ ਜਿਹੜੇ ਸਾਡੇ ਅੰਦਰੋਂ ਖਿਆਲ ਆ ਰਹੇ ਨੇ, ਇਹਨਾਂ ਦੇ ਵਿੱਚ ਕਹਿੰਦੇ ਭਾਈ ਰੱਬ ਦੇ ਖਿਆਲਾਂ ਦੇ ਵਿੱਚ ਸਮਾ ਜਾ, ਕਿ ਰੱਬ ਸਭ ਖਿਆਲਾਂ ਦਾ ਮਾਲਕ ਹੈ, ਰੱਬ ਸਭ ਖਿਆਲਾਂ ਨੂੰ ਸੰਭਾਲਣ ਵਾਲਾ ਹੈ। ਕਹਿੰਦੇ ਉਸ ਘਰ ਦੇ ਵਿੱਚ, ਘਟ ਬੈਠੇ ਰੱਬ ਦੇ ਘਰ ਦੇ ਵਿੱਚ ਸਾਡੇ ਮਨ ਨੇ ਸ਼ਬਦਾਂ ਰਾਹੀਂ ਪਹਿਲਾਂ ਗਾਉਣਾ ਸਿੱਖ ਜਾਣਾ। ਭਾਈ ਧਿਆਨ ਰੱਖਣਾ। ਕਹਿੰਦੇ ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਆਪਣੇ ਅੰਦਰ ਹੀ ਰੱਬ ਹੋਵੇ ਤੇ ਆਪਣੇ ਮਨ ਚ ਹਾਲੇ ਪ੍ਰਸ਼ਨ ਖੜੇ ਰਹਿਣ, ਮਨ ਨੂੰ ਪਤਾ ਲੱਗੇ ਕਿ ਪ੍ਰਸ਼ਨ ਤੇਰੇ ਕੋਲ ਤਾਂ ਆ ਰਹੇ ਨੇ ਕਿ ਤੇਰੇ ਮਨ ਚ ਹਾਲੇ ਰੱਬ ਦਾ ਵਿਸ਼ਵਾਸ ਨਹੀਂ ਆਇਆ। ਧਿਆਨ, ਜੇ ਰੱਬ ਤੇ ਵਿਸ਼ਵਾਸ ਆਉਂਦਾ ਜਾਏਗਾ ਤੇਰੇ ਪ੍ਰਸ਼ਨ ਖਤਮ ਹੁੰਦੇ ਜਾਣ। ਜੇ ਰੱਬ ਦੇ ਵਿਸ਼ਵਾਸ ਤੇਰੇ ਮਨ ਦੇ ਵਿੱਚ ਟਿਕਦਾ ਰਹੂਗਾ, ਐ ਮੇਰੇ ਮਨਾ ਸ਼ਬਦਾਂ ਰਾਹੀਂ ਤੈਨੂੰ ਪਤਾ ਲੱਗਣਾ ਹੈ। ਧਿਆਨ, ਜੋ ਤੂੰ ਬੋਲਦਾ ਹੈ ਨਾ, ਜਿਹਦੇ ਵਿੱਚ ਤੂੰ ਮੈਂ ਕਰੀ ਜਾਂਦਾ ਹੈ, ਮੇਰੇ ਮਨਾ ਕਹਿੰਦੇ ਇਹਦੇ ਰਾਹੀਂ ਤੂੰ ਆਪਣੇ ਰੱਬ ਤੋਂ ਦੂਰ ਹੈ। ਧਿਆਨ ਰੱਖ। ਕਹਿੰਦੇ ਤੂੰ ਸ਼ਬਦਾਂ ਰਾਹੀਂ ਆਪਣੇ ਮਨ ਨੂੰ ਘਟ ਬੈਠੇ ਰੱਬ ਦੇ ਵਿੱਚ ਲੈ ਕੇ ਆ ਕੇ ਗੱਲ ਕਰ ਕਿ ਮਾਰਕ ਕਹਿੰਦੇ ਭਾਈ ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤ ਗੋਚਰ ਠਾਈ। ਕਹਿੰਦੇ ਜਿਸ ਵੇਲੇ ਰੱਬ ਵਸ ਜਾਏਗਾ ਨਾ ਤੇਰੇ ਸ਼ਬਦਾਂ ਵਿੱਚ, ਇਹ ਪੰਜ ਕਹਿੰਦੇ ਤੈਨੂੰ ਕੁਛ ਨਹੀਂ ਕਰ ਸਕਦੇ। ਧਿਆਨ
ਤੈਨੂੰ ਤਕਲੀਫ ਨਹੀਂ ਦੇ ਸਕਦਾ। ਮਹਾਰਾਜ ਕਹਿੰਦੇ ਐਸੀ ਵਸਤ ਜਿਹੜੀ ਅਗੋਚਰ ਹੈ ਤੇਰੇ ਘਰ ਵਿੱਚ ਟਿਕ ਜੇ। ਇਹਨਾਂ ਸ਼ਬਦਾਂ ਨੂੰ ਮਹਾਰਾਜ ਨੇ ਬਣਾਉਣ ਵਾਸਤੇ ਕਈ ਭਾਸ਼ਾ ਦੇ ਸ਼ਬਦ ਨੇ ਮਹਾਰਾਜ ਦੇ ਵਿੱਚ, ਗੁਰਮੁਖੀ ਦੇ ਅੱਖਰ ਬਣਾਏ। ਧਿਆਨ ਰੱਖਣਾ, 35 ਅੱਖਰ ਬਣਾਏ ਮਹਾਰਾਜ ਨੇ। ਜਿਤਨੇ ਸ਼ਬਦ ਅੱਖਰਾਂ ਰਾਹੀਂ ਬਣੇ ਨੇ, ਅੱਖਰ ਇੱਕ ਇੱਕ ਬਣ ਮਹਾਰਾਜ ਨੇ ਕੱਢ ਕੇ ਸ਼ਬਦਾਂ ਵਿੱਚ ਪਾਇਆ। ਧਿਆਨ ਰੱਖਣਾ, ਜਿਵੇਂ ਸ਼ਬਦ ਪੜ੍ਹਦੇ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਹਨ। ਇਹ ਅੱਖਰਾਂ ਤੋਂ ਸ਼ਬਦ ਬਣਾਏ ਨੇ ਤਾਂ ਕਿ ਮਨ ਘੱਟ ਬੈਠੇ ਰੱਬ ਨਾਲ ਗੱਲ ਕਰ ਸਕੇ। ਆਪਣੇ ਸ਼ਬਦਾਂ ਰਾਹੀਂ ਘੱਟ ਬੈਠੇ ਰੱਬ ਦੇ ਵਿੱਚ ਉਹਨਾਂ ਦਾ ਭਾਵ ਆਵੇ, ਤੇ ਮੇਰਾ ਜਿਹੜਾ ਅਗਿਆਨਤਾ ਦਾ ਭਾਵ ਹੈ, ਦੂਰ ਜਾਣ ਦਾ ਭਾਵ ਹੈ ਰੱਬ ਤੋਂ, ਕਹਿੰਦੇ ਇਹ ਖਤਮ ਹੋਵੇ। ਧਿਆਨ ਰੱਖ, ਮਹਾਰਾਜ ਕਹਿੰਦੇ ਇਹ ਅੱਖਰ 3 ਆਖਿਆ ਜਿਨ ਜਗ ਤੋਂ ਪਾਇਆ। ਇਹ ਅੱਖਰ ਜਿਹੜੇ ਬਣਾਏ ਨੇ ਨਾ ਮਹਾਰਾਜ ਨੇ, ਉਸ ਘੱਟ ਬੈਠੇ ਰੱਬ ਨੇ ਆਖੇ ਹੋਏ ਨੇ, ਜਿਹਨੇ ਸਾਰਾ ਜਗਤ ਪੈਦਾ ਕੀਤਾ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਬਖਾਨ, ਜਿਹਨੇ ਲਿਖੇ ਤੇ ਸਿਰਨਾਏ। ਆ ਵੀ ਧਿਆਨ ਰੱਖਿਓ, ਕਹਿੰਦੇ ਆ ਜਿਹੜੇ ਅੱਖਰ ਲਿਖੇ ਨੇ ਨਾ, ਕਹਿੰਦੇ ਭਾਈ ਖਿਆਲ ਕਰਨਾ, ਇਹ ਅੱਖਰਾਂ ਦੇ ਪਕੜ ਵਿੱਚ ਨਹੀਂ ਹੈ ਰੱਬ। ਇਹ ਅੱਖਰ ਤੁਹਾਨੂੰ ਆਪਾਂ ਨੂੰ ਰੱਬ ਦੇ ਘਰ ਤੱਕ ਲੈ ਜਾਂਦੇ, ਫਿਰ ਉੱਥੇ ਅੱਖਰ ਖਿਰ ਜਾਂਦੇ ਨੇ। ਉੱਥੇ ਅੱਖਰ ਕੋਈ ਅੱਖਰਾਂ ਨਾਲ, ਅੱਖਰ ਪਕੜੋਂ ਤੋਂ ਵੀ ਉੱਪਰ ਹੈ ਰੱਬ। ਸੋ ਅੱਖਰ ਤਾਂ ਇੱਕ ਵਾਹਨ ਹੈ, ਸ਼ਬਦ ਵਾਹਨ ਹੈ ਆਪਣੇ ਮਨ ਨੂੰ ਘੱਟ ਬੈਠੇ ਰੱਬ ਤੱਕ ਲੈ ਕੇ ਜਾਣ। ਸੋ ਮਹਾਰਾਜ ਕਹਿੰਦੇ ਭਾਈ ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ, ਅੱਖਰ ਕਰ ਕਰ ਵੇਦ ਵਿਚਾਰੇ, ਅੱਖਰ ਸ਼ਾਸਤਰ ਸਿਮਰਤ ਪੁਰਾਣਾ, ਅੱਖਰ ਨਾਦ ਕਥਨ ਵਿਖਿਆਨਾ, ਅੱਖਰ ਮੁਕਤ ਜੁਗਤ ਭੈ ਪਰਮਾ, ਅੱਖਰ ਕਰਮ ਕਿਰਤ ਸੁਚ ਧਰਮ, ਦ੍ਰਿਸ਼ਟਮਾਨ ਅੱਖਰ ਹੈ ਜੇਥਾ, ਨਾਨਕ ਪਾਰ ਬ੍ਰਹਮ ਨਿਰਲੇਪ। ਇਹ ਦੱਖਣੀ ਓਂਕਾਰ ਦੇ ਸ਼ਬਦ ਨੇ, ਧਿਆਨ ਰੱਖਣਾ। ਮਹਾਰਾਜ ਕਹਿੰਦੇ ਭਾਈ ਅੱਖਰ ਕਹਿੰਦੇ ਨੇ ਜਿਹੜੇ ਆਲਫਾਬੈਟਸ ਨੇ, ਧਿਆਨ ਰੱਖਣਾ, ਜਿਹਨੂੰ 35 ਅੱਖਰੀ ਕਹਿੰਦੇ ਨੇ, ਇਹ ਅੱਖਰ ਨੇ ਜਿਨ੍ਹਾਂ ਤੋਂ ਸ਼ਬਦ ਬਣਦੇ ਨੇ। ਕਹਿੰਦੇ ਭਾਈ ਇਹ ਜਿਤਨੇ ਅੱਖਰ ਬਣੇ ਹੋਏ ਨੇ, ਇਹ ਸ਼ਬਦਾਂ ਨੂੰ ਕਹਿੰਦੇ ਘੱਟ ਬੈਠੇ, ਇਹਨਾਂ ਸ਼ਬਦਾਂ ਰਾਹੀਂ ਘੱਟ ਬੈਠੇ ਰੱਬ ਨੂੰ ਯਾਦ ਕਰਨ ਵਾਸਤੇ ਬਣੇ ਹੋਏ। ਇਹ ਮਜ਼ਾਕ ਕਰਨ ਵਾਸਤੇ ਸ਼ਬਦ ਨਹੀਂ ਬਣੇ ਹੋਏ, ਇਹ ਅੱਖਰ ਨਹੀਂ ਬਣਾਏ ਮਹਾਰਾਜ। ਸੋ ਮਹਾਰਾਜ ਕਹਿੰਦੇ ਭਾਈ ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾ, ਕਹਿੰਦੇ 52 ਅक्षर ਲੋਕ ਤ੍ਰੈ ਸਭ ਕਛ ਇਨ ਹੀ ਮਾਹੇ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾ। ਜਹਾਂ ਬੋਲ ਤੈ ਅक्षर ਆ, ਜਿੱਥੇ ਬੋਲਾਂਗੇ ਉੱਥੇ ਅੱਖਰ ਇਕੱਠੇ ਹੋਣਗੇ, ਅक्षर ਹੈ ਨਾ। ਕਹਿੰਦੇ ਜਹਾਂ ਬੋਲ ਤੈ ਮਨ ਨਾ ਰਹਾ, ਕਹਿੰਦੇ ਜਿੱਥੇ ਬੋਲ ਨਹੀਂ ਹੋਏਗਾ, ਯਾਨੀ ਬੋਲ ਖਤਮ ਹੋ ਜਾਏਗਾ, ਬੋਲ ਨਹੀਂ ਰਹੇਗਾ ਆਪਣਾ, ਫਿਰ ਮਨ ਟਿਕਦਾ ਨਹੀਂ ਹੈ ਨਾ। ਬੋਲ ਨਾਲ ਹੀ ਮਨ ਟਿਕਦਾ ਹੈ। ਸੋ ਮਹਾਰਾਜ ਕਹਿੰਦੇ ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਰਖੈ ਨਾ। ਜਿੱਥੇ ਆਪਾਂ ਫਾਲਤੂ ਦਾ ਬੋਲੀ ਜਾਂਦੇ ਨਾ, ਕਹਿੰਦੇ ਆਪਣਾ ਬੋਲਣਾ ਤੇ ਅਬੋਲ ਹੋ ਜਾਣਾ, ਇੱਥੇ ਇਹਦੇ ਵਿੱਚ ਟਿਕਣਾ। ਧਿਆਨ ਰੱਖ, ਆਪਾਂ ਜੋ ਬੋਲੀ ਜਾਂਦੇ ਆ, ਕਹਿੰਦੇ ਬਿਨਾਂ ਅੱਖਰਾਂ ਨੂੰ ਘੜੇ, ਸ਼ਬਦਾਂ ਨੂੰ ਘੜੇ ਬੋਲੀ ਜਾਂਦੇ ਆ, ਉਹ ਫਿਰ ਰੱਬ ਤੋਂ ਦੂਰ ਹੋਈ ਜਾਂਦੇ ਆ। ਜਦੋਂ ਆਪਾਂ ਸ਼ਬਦਾਂ ਰਾਹੀਂ ਇਸ ਖਿਆਲ ਨਾਲ ਬੋਲੀਏ ਕਿ ਸਾਡੇ ਅੱਖਰ ਤੇ ਸ਼ਬਦ ਚੁੱਪ ਹੋ ਜਾਣ, ਖਤਮ ਹੋ ਜਾਣ, ਉਹ ਤਾਂ ਹੋਣਗੇ ਜਦੋਂ ਸਾਡੇ ਸ਼ਬਦ ਘੱਟ ਬੈਠੇ ਰੱਬ ਨੂੰ ਐਡਰੈਸ ਕਰਨਗੇ ਕਿ ਮਾਲਕ ਤੂੰ ਸਭ ਜਾਣਦਾ ਹੈ, ਤੈਨੂੰ ਸਭ ਪਤਾ ਹੈ, ਤੇ ਫਿਰ ਸਾਡਾ ਸ਼ਬਦ ਕਹਿੰਦੇ ਚੁੱਪ ਹੋ ਜਾਏ, ਸ਼ਾਂਤ ਹੋ ਜਾਏ, ਹੈ ਨਾ। ਕਹਿੰਦੇ ਫਿਰ ਉੱਥੇ ਰੱਬ ਵਸਦਾ ਹੈ ਜੀਵਨ ਵਿੱਚ। ਸਮਝੋ ਆਪਾਂ ਰੱਬ ਦੇ ਵਿੱਚ ਟਿਕ ਗਏ, ਜੀਵਨ ਦੀ ਐਸੀ ਅਵਸਥਾ ਸਾਨੂੰ ਪ੍ਰਾਪਤ ਹੋਣੀ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਇਸ ਗੱਲ ਨੂੰ ਵਿਚਾਰਿਓ, ਕਹਿੰਦੇ ਮੇਰੇ ਸਾਹਿਬਾ ਹਾਂ ਆਪੇ ਭਰਮ ਭੁਲਾਣੀ, ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਪਾਣੀ। ਜੋ ਅੱਖਰ ਮਹਾਰਾਜ ਨੇ ਲਿਖੇ ਨੇ ਨਾ, ਇਹਨੂੰ ਬਹੁਤ ਧਿਆਨ ਨਾਲ ਘੱਟ ਬੈਠੇ ਰੱਬ ਨੂੰ ਐਡਰੈਸ ਕਰਕੇ ਗਾਉਣਾ। ਹੋਰ ਕਿਸੇ ਦੀ ਬਾਣੀ ਕੋਈ ਐਸੇ ਨਾਟਕ ਚੇਟਕ ਨਹੀਂ ਖਿਆਲ ਦਿਮਾਗ 'ਚ ਲੈ ਕੇ ਜਾਣਾ। ਸੋ ਇਸ ਗੱਲ ਦੀ ਹਿਰਦੇ ਵਿੱਚ ਵਸੋਂ ਵਸਾਉਣ ਵਾਸਤੇ ਮਹਾਰਾਜ ਨੇ ਇਹ ਬਾਣੀ ਗੁਰੂ ਕਹਿੰਦੇ ਭਾਈ ਸ਼ਬਦਾਂ ਰਾਹੀਂ ਸਾਨੂੰ ਸਮਝਾਉਣਾ ਕੀਤੀ, ਤਾਂ ਕਿ ਅਸੀਂ ਸੁਣੀਏ ਸ਼ਬਦ ਗੁਰੂ, ਘੱਟ ਬੈਠੇ ਰੱਬ ਨੂੰ ਸੁਣ ਸਕੀਏ। ਸੋ ਸੱਚੇ ਪਾਤਸ਼ਾਹ ਜੀ ਦਾ ਇਹ ਭਾਵ ਸਾਡੇ ਹਿਰਦੇ ਵਿੱਚ ਵਸੇ। ਮਹਾਰਾਜ ਕਹਿੰਦੇ ਗੁਰ ਪਰਚੈ ਮਨ ਸਾਚ ਸਮਾਏ, ਨਾਨਕ ਪਰਨਵਤ ਨਾਨਕ ਕਾਲ ਨਾ ਖਾਏ। ਕਹਿੰਦੇ ਫਿਰ ਸਾਨੂੰ ਕਾਲ ਨਹੀਂ ਖਾ ਸਕੇ। ਜੋ ਗੁਰੂ ਦੇ ਦੱਸੇ ਹੋਏ ਗੁਰ ਦੇ ਪਰਚੇ ਅਨੁਸਾਰ ਕਹਿੰਦੇ ਆਪਣਾ ਮਨ ਕਹਿੰਦੇ ਭਾਈ ਚੱਲਦਾ 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 ਸਾਚ ਸਮਾ ਜਾਂਦਾ ਹੈ। ਹੁਣ
ਦੇਖੋ ਦੋ ਭਾਵ ਇੱਕ ਸ਼ਬਦ ਵਿੱਚ ਹੀ ਨੇ। ਕਹਿੰਦੇ ਸਾਚ ਦਾ ਅਰਥ ਹੈ ਸੱਚਾ ਮਾਲਕ। ਜਦੋਂ ਉਹ ਆਪ ਕਿਰਪਾ ਕਰਦਾ ਤਾਂ ਆਪਾਂ ਉਸ ਦੇ ਵਿੱਚ ਸਮਾਉਣੇ ਆ। ਉੱਥੇ ਫਿਰ ਕੰਨਾਂ ਲਾ ਕੇ ਸਿਹਾਰੀ ਲਾ ਕੇ ਸ਼ਬਦ ਬੋਲਿਆ ਗਿਆ। ਧਿਆਨ, ਯਾਨੀ ਦੋਨੋਂ ਭਾਵ ਕਿ ਅਸੀਂ ਘੱਟ ਬੈਠੇ ਰੱਬ ਦੇ ਵਿੱਚ ਸਮਾ ਰਹੇ ਹਾਂ ਤੇ ਰੱਬ ਸਮਾ ਰਿਹਾ, ਰੱਬ ਟਿਕਾ ਰਿਹਾ। ਆਪਾਂ ਤਾਂ ਟਿਕ ਰਹੇ ਹਾਂ ਕਿਉਂਕਿ ਰੱਬ ਟਿਕਾ ਰਿਹਾ। ਅਸੀਂ ਸੱਚ ਵੱਲ ਤਾਂ ਜਾ ਰਹੇ ਹਾਂ ਕਿਉਂਕਿ ਸੱਚ ਸਾਨੂੰ ਅੰਦਰਲਾ ਲੈ ਕੇ ਜਾ ਰਿਹਾ। ਉੱਥੇ ਸਾਚ ਸ਼ਬਦ ਵਰਤਾ ਰਹੇ। ਦੇਖੋ ਕਿਤਨਾ ਕਮਾਲ ਦੇ ਸ਼ਬਦ ਵਰਤੇ ਨੇ ਮਹਾਰਾਜ। ਐਸੇ ਸ਼ਬਦ ਬਹੁਤ ਅੱਖਰਾਂ ਨੂੰ ਧਿਆਨ ਨਾਲ ਮਹਾਰਾਜ ਨੇ ਇਹ ਵਰਤੇ ਹੈ, ਬਹੁਤ ਧਿਆਨ ਨਾਲ ਵਰਤੇ। ਸੋ ਖਿਆਲ ਕਰਨਾ, ਹੁਣ ਤਾਂ ਬਹੁਤ ਸਾਰੇ ਸਾਡੇ ਹੀ ਬੰਦੇ, ਧਿਆਨ ਰੱਖਣਾ, ਸਾਡੇ ਜਥੇਦਾਰ ਮਾਫ ਕਰਨਾ ਬੋਲ ਨਹੀਂ ਰਹੇ। ਸਾਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਹਿੰਦੇ ਭਾਈ ਗੁਰਤਾ ਗੱਦੀ ਦਿੱਤੀ ਸੀ ਨਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੋ ਭਾਈ ਮਨੀ ਸਿੰਘ ਜੀ ਵਾਲੀ ਬੀੜ ਸੀ, ਜਿਨ੍ਹਾਂ ਨੂੰ ਗੁਰਤਾ ਗੱਦੀ ਦਸਮ ਪਾਤਸ਼ਾਹ ਨੇ 1708 ਵਿੱਚ ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਚ ਦਿੱਤੀ ਸੀ, ਉਹ ਉੱਥੇ ਬੀੜ ਹੀ ਨਹੀਂ ਹੈ, ਨਹੀਂ ਹੈ। ਧਿਆਨ ਰੱਖਣਾ, ਇੰਨੀ ਸਾਡੀ ਕਮਜ਼ੋਰੀ ਹੈ, ਧਿਆਨ ਰੱਖਣਾ, ਕਿ ਅਸੀਂ ਕੋਈ ਖੋਜ ਨਹੀਂ ਕਰ ਰਹੇ, ਉਹਦੇ ਵਾਸਤੇ ਕੋਈ ਅੱਗੇ ਨਹੀਂ ਚੱਲ ਰਹੇ। ਜਿਨ੍ਹਾਂ ਕੋਲ ਤਾਕਤ ਹੈ ਉਹ ਬੋਲ ਨਹੀਂ ਰਹੇ। ਧਿਆਨ ਰੱਖਣਾ। ਸੋ ਐ ਗੁਰਸਿੱਖੋ, ਇਸ ਗੱਲ ਨੂੰ ਵਿਚਾਰੋ ਕਿ ਸਿੱਖ ਕੌਮ ਦੇ ਵਿੱਚ ਐਸੇ ਕਈ ਮਹਾਰਾਜ ਜੀ ਦੇ ਸਰੂਪ ਲੋਕਾਂ ਨੇ ਫਿਰ ਬਾਅਦ ਚ ਲਿਖਾਏ, ਡੋਗਰਿਆਂ ਨੇ ਲਿਖਵਾਏ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ, ਜਿਨ੍ਹਾਂ ਵਿੱਚ ਹੋਰ ਵੀ ਸ਼ਬਦ ਵਿੱਚ ਬਾਣੀ ਦੇ ਪਾਤੇ। ਧਿਆਨ ਰੱਖਣਾ, ਐਸੇ ਕਈ 100 ਸਰੂਪ ਵੱਖਰੇ ਵੱਖਰੇ ਤਰੀਕੇ ਦੇ ਇਸ ਵੇਲੇ ਮੌਜੂਦ ਨੇ। ਧਿਆਨ ਰੱਖਣਾ, ਹੁਣ ਵੀ ਪ੍ਰੈਸ ਵਿੱਚ ਸਾਡੇ ਕੋਲ ਐਸੀਆਂ ਰਿਪੋਰਟਾਂ ਨੇ ਜਿਹੜੇ ਮਹਾਰਾਜ ਦੇ ਲਗਾ ਮਾਤਰਾ ਚੇਂਜ ਕਰ ਰਹੇ। ਧਿਆਨ ਰੱਖਣਾ, ਚੇਂਜ ਕੀਤੇ ਹੋਏ ਕਰਦੇ ਜਾ ਰਹੇ। ਇੱਕ ਵੀ ਮਹਾਰਾਜ ਦਾ ਸਰੂਪ ਐਸਾ ਜੀਵਨ ਦੇ ਵਿੱਚ ਸਾਡੇ ਵਿੱਚ ਦੁਬਿਧਾ ਪੈਦਾ ਕਰਨ ਤੋਂ ਹਟਾਉਣ ਵਾਲਾ, ਧਿਆਨ ਰੱਖਣਾ, ਸਹੀ ਤਰੀਕੇ ਨਾਲ ਲਗਾ ਮਾਤਰਾ ਪੂਰੀਆਂ ਜੈਸੀਆਂ ਮਹਾਰਾਜ ਨੇ ਲਾਈਆਂ ਨੇ, ਧਿਆਨ ਰੱਖਣਾ, ਉਹਨਾਂ ਨੂੰ ਸਾਨੂੰ ਬਦਲਣ ਦੀ ਲੋੜ ਨਹੀਂ ਹੈ, ਨਹੀਂ ਲੋੜ। ਧਿਆਨ ਰੱਖਣਾ, ਜੈਸਾ ਮਹਾਰਾਜ ਨੇ ਲਿਖਿਆ ਉਸ ਸਰੂਪ ਦਾ ਪਹਿਲਾਂ ਸਾਡੇ ਇਸ ਪੰਥ ਨੂੰ ਖੋਜ ਕਰਨੀ ਚਾਹੀਦੀ। ਸੋ ਇਸ ਗੱਲ ਨੂੰ ਵਿਚਾਰਿਓ, ਬਹੁਤ ਧਿਆਨ ਨਾਲ ਵਿਚਾਰਿਓ। ਸੋ ਮਹਾਰਾਜ ਕਹਿੰਦੇ ਗੁਰ ਪਰਚੈ ਮਨ ਸਾਚ ਸਮਾਏ, ਪ੍ਰਣਵਤ ਨਾਨਕ ਕਾਲ ਨਾ ਖਾਏ। ਜਿਹੜਾ ਐਸਾ ਬਾਣੀ ਦੇ ਨਾਲ ਸਹੀ ਤਰੀਕੇ ਨਾਲ ਸ਼ਬਦਾਂ ਦੇ ਦੁਆਰਾ ਜੁੜ ਕੇ ਘੱਟ ਬੈਠੇ ਰੱਬ ਨੂੰ ਐਡਰੈਸ ਕਰਦਾ ਰਹੇ, ਕਹਿੰਦੇ ਭਾਈ ਫਿਰ ਉਹਨੂੰ ਕਾਲ ਨਹੀਂ ਖਾਏਗਾ, ਉਹ ਜਰਾ ਰੋਗ ਚ ਨਹੀਂ ਆਏਗਾ। ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਨਹੀਂ ਤਾਂ ਸੱਚੇ ਪਾਤਸ਼ਾਹ ਕਹਿੰਦੇ ਹਨ, ਫਰਮਾਨ ਕਰਦੇ ਨੇ, ਕਹਿੰਦੇ ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਹੀਂ। ਜਿਹਦੀ ਅੰਤਰ ਸੁਰਤ ਸ਼ਬਦ ਰਾਹੀਂ ਨਹੀਂ ਟਿਕਦੀ, ਮਹਾਰਾਜ ਕਹਿੰਦੇ ਜਵਾਨੀ ਜੀ ਬੁੱਢਾ ਹੋ ਜਾਣਾ। ਧਿਆਨ, ਕਾਲ ਨੇ ਖਾ ਜਾਣਾ। ਇੱਕ ਵਾਰ ਸ਼ਬਦ ਨੂੰ ਪੜੋ ਪਿਆਰ ਨਾਲ। ਕਹਿੰਦੇ ਸ਼ਬਦ ਭਾਖਤ ਸਸ ਜੋਤ ਅਪਾਰਾ, ਸਸ ਘਰ ਸੂਰ ਵਸੈ ਮਿਟੈ ਅੰਧਿਆਰਾ, ਸੁਖ ਦੁਖ ਸਮ ਕਰ ਨਾਮ ਆਧਾਰਾ, ਆਪੇ ਪਾਰ ਉਤਾਰਨ ਹਾਰਾ, ਗੁਰ ਪਰਚੈ ਮਨ ਸਾਚ ਸਮਾਏ, ਪ੍ਰਣਵਤ ਨਾਨਕ ਕਾਲ ਨ ਖਾਏ। ਹੁਣ ਅੱਗੇ ਦੇਖੋ ਮਹਾਰਾਜ ਉੱਤਰ ਦੇ ਰਹੇ, ਨਾਨਕ ਸੱਚੇ ਪਾਤਸ਼ਾਹ ਦਾ ਉੱਤਰ ਹੈ। ਕਹਿੰਦੇ ਭਾਈ ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਖ ਕਾਲ ਸੰਤਾਪੈ। ਹੁਣ ਦੇਖੋ ਸ਼ਬਦਾਂ ਨੂੰ ਧਿਆਨ ਰੱਖਿਓ। ਕਹਿੰਦੇ ਸ਼ਬਦ ਜਿਹੜੇ ਗੁਰੂ ਸਾਨੂੰ ਗੁਰ ਦਿੰਦੇ ਨੇ, ਉਹਨਾਂ ਸ਼ਬਦਾਂ ਰਾਹੀਂ ਕਹਿੰਦੇ ਘੱਟ ਬੈਠੇ ਰੱਬ ਦਾ ਜ਼ਿਕਰ ਕਰਨਾ, ਘੱਟ ਬੈਠੇ ਰੱਬ ਦਾ ਨਾਮ ਲੈਣਾ। ਇਹ ਤਤ ਨਾਮ ਲੈਣਾ, ਤਤ ਕਦੇ ਨਹੀਂ ਉਲਝਣਾ। ਰਾਮ, ਅੱਲਾ, ਖੁਦਾ, ਪਰਮੇਸ਼ਰ, ਪਰਮਾਤਮਾ, ਗੋਬਿੰਦ, ਗੁਸਾਈ, ਕਿੰਨੇ ਨਾਮ ਨੇ ਦੇਖੋ ਰੱਬ ਦੇ ਨੇ। ਪਰ ਜਿਸ ਵੇਲੇ ਅਸੀਂ ਵਾਹਿਗੁਰੂ ਸ਼ਬਦ ਬੋਲਦੇ ਹਾਂ, ਸਾਨੂੰ ਬਹੁਤ ਧਿਆਨ ਨਾਲ ਬੋਲਣਾ ਚਾਹੀਦਾ ਕਿ ਜੀ ਸਾਡੇ ਗੁਰੂ ਜੀ ਵਾਹ ਦੇ ਪਾਤਰ ਨੇ। ਸ਼ਬਦ ਗੁਰੂ ਕਾ ਸਦ ਉਚਰੈ। ਅਸੀਂ ਇੱਕ ਸ਼ਬਦ ਰਾਹੀਂ ਘੱਟ ਬੈਠੇ ਰੱਬ ਦੀ ਬਾਣੀ ਦਾ ਅਸੀਂ ਪ੍ਰਸ਼ੰਸਾ ਕਰਦੇ ਹਾਂ। ਵਾਹਿਗੁਰੂ, ਧਿਆਨ ਰੱਖਣਾ, ਘੱਟ ਬੈਠੇ ਰੱਬ ਦੀ ਬਾਣੀ ਦੀ ਪ੍ਰਸ਼ੰਸਾ ਕਰਨੀ, ਉਹਨਾਂ ਸ਼ਬਦਾਂ ਦੀ ਉਸਤਤ ਕਰਦੇ ਹਾਂ। ਅਸੀਂ ਉਹ ਸਿੱਖਾਂ। ਧਿਆਨ ਰੱਖ, ਅਸੀਂ ਇਹ ਸਿੱਖਣ ਵਾਸਤੇ ਆਏ ਹਾਂ ਕਿ ਘੱਟ ਬੈਠਾ ਰੱਬ ਸਾਡੇ ਵਿੱਚੋਂ ਬੋਲਦਾ ਹੈ ਤੇ ਸਾਨੂੰ ਰਾਹ ਪਾਉਂਦਾ ਹੈ।
ਤੇ ਅਸੀਂ ਘਟ ਬੈਠੇ ਰੱਬ ਦੇ ਆਏ ਹੋਏ ਸ਼ਬਦ ਦੀ ਪ੍ਰਸ਼ੰਸਾ ਕਰਦੇ ਹਾਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਸ਼ੰਸਾ ਇਸ ਵਾਸਤੇ ਕਰਦੇ ਹਾਂ ਕਿ ਇਹ ਘਟ ਬੈਠੇ ਰੱਬ ਦੀ ਆਈ ਹੋਈ ਬਾਣੀ ਹੈ। ਇਸ ਬਾਣੀ ਰਾਹੀਂ ਅਸੀਂ ਘਟ ਬੈਠੇ ਰੱਬ ਨੂੰ ਮਿਲਦੇ ਹਾਂ ਤੇ ਘਟ ਬੈਠੇ ਰੱਬ ਨੂੰ ਅਸੀਂ ਇਸ ਬਾਣੀ ਰਾਹੀਂ ਗਾਉਂਦੇ ਹਾਂ। ਤੇ ਅਸੀਂ ਜਿਸ ਵੇਲੇ ਦਿਲੋਂ ਅਸੀਂ ਘਟ ਬੈਠੇ ਰੱਬ ਨਾਲ ਜੁੜਦੇ ਹਾਂ ਤੇ ਮਹਾਰਾਜ ਅੰਦਰੋਂ ਬੋਲਦਾ ਸ਼ਬਦਾਂ ਰਾਹੀਂ ਤੇ ਅਸੀਂ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ, ਹਨਾ। ਕਿੱਡਾ ਵੱਡਾ ਮੰਤਰ ਹੈ, ਬਹੁਤ ਵੱਡਾ ਗੁਰਮੰਤਰ ਦਿੱਤਾ ਹੈ। ਕਿਸੇ ਧਰਮ ਦੇ ਵਿੱਚ ਐਸਾ ਗੁਰੂ ਦੀ ਉਸਤਤ ਵਿੱਚ, ਘਟ ਬੈਠੇ ਰੱਬ ਦੀ ਬਾਣੀ ਦੀ ਉਸਤਤ ਵਿੱਚ, ਵਿਅਕਤੀ ਗੁਰੂ ਦੀ ਨਹੀਂ, ਧਿਆਨ ਰੱਖਣਾ, ਘਟ ਬੈਠੇ ਰੱਬ ਦੀ ਬਾਣੀ ਗੁਰੂ ਦੀ ਉਸਤਤ ਵਿੱਚ ਕਿਸੇ ਗ੍ਰੰਥ ਵਿੱਚ ਇੰਨਾ ਵੱਡਾ ਗੁਰਮੰਤਰ ਕਿਸੇ ਵੀ ਜਾਤੀ ਦੇ ਸੰਪਰਦਾ ਦੇ ਸ਼ਿਸ਼ਾਂ ਨੂੰ, ਸਿੱਖਾਂ ਨੂੰ, ਵਿਦਿਆਰਥੀਆਂ ਨੂੰ, ਚੇਲਿਆਂ ਨੂੰ ਨਹੀਂ ਦਿੱਤਾ ਜਾਂਦਾ ਜੋ ਗੁਰਸਿੱਖ ਨੂੰ ਮਿਲਦਾ ਹੈ, ਪ੍ਰਧਾਨ ਹੁੰਦਾ ਹੈ। ਕਿੰਨਾ ਵੱਡਾ ਇਹ ਸਾਨੂੰ ਮਹਾਰਾਜ ਨੇ ਨੇੜੇ ਤੋਂ ਨੇੜੇ ਘਟ ਬੈਠੇ ਰੱਬ ਦੇ ਦਰਸ਼ਨ ਕਰਾਏ, ਘਟ ਬੈਠੇ ਰੱਬ ਦੀ ਬਾਣੀ ਦੇ ਦਰਸ਼ਨ ਕਰਾਏ, ਘਟ ਬੈਠੇ ਰੱਬ ਦੀ ਬਾਣੀ ਰਾਹੀਂ ਅਸੀਂ ਘਟ ਬੈਠੇ ਰੱਬ ਨੂੰ ਮਿਲਣ ਦਾ ਗਿਆਨ ਦਿੱਤਾ, ਤਾਂ ਕਿ ਘਟ ਬੈਠੇ ਰੱਬ ਨੂੰ ਅਸੀਂ ਗੁਰਬਾਣੀ ਰਾਹੀਂ, ਜੋ ਬਾਣੀ ਗੁਰੂ ਹੈ, ਇਸ ਰਾਹੀਂ ਘਟ ਬੈਠੇ ਰੱਬ ਨੂੰ ਗਾ ਸਕੀਏ ਤੇ ਗਾਉਂਦੇ ਗਾਉਂਦੇ ਆਪਣੇ ਸ਼ਬਦ ਨੂੰ ਕੱਢ ਸਕੀਏ। ਤੇ ਜਦੋਂ ਮਨ ਇਸ ਘਟ ਬੈਠੇ ਰੱਬ ਨਾਲ ਜੁੜਦਾ ਹੈ, ਫਿਰ ਜੋ ਐਕਸਪ੍ਰੈਸ਼ਨ ਆਉਂਦਾ ਹੈ, ਧਿਆਨ ਰੱਖਣਾ, ਜਿਹਨੂੰ ਦੇਖ ਕੇ ਲੋਕ ਕਹਿੰਦੇ ਨੇ ਕਿ ਇਹ ਬੰਦਾ ਨਹੀਂ ਕਰ ਰਿਹਾ, ਰੱਬ ਕਰ ਰਿਹਾ, ਇਹ ਬੰਦੇ ਦਾ ਬੋਲ ਨਹੀਂ, ਰੱਬ ਦਾ ਬੋਲ ਹੈ। ਤੇ ਉਹ ਜਿਹੜਾ ਐਕਸਪ੍ਰੈਸ਼ਨ ਬੰਦੇ ਦੇ ਵਿੱਚੋਂ ਰੱਬ ਦਾ ਆ ਰਿਹਾ ਨਾ, ਤੇ ਬੰਦੇ ਦੇ ਕੋਲ ਕਹਿਣ ਨੂੰ ਕੁਛ ਨਹੀਂ ਰਹਿੰਦਾ ਇੱਕ ਸਵਾਏ ਸ਼ਬਦ ਦੇ, ਵਾਹਿਗੁਰੂ, ਕਿ ਵਾਹ ਮੇਰੇ ਗੁਰੂ, ਤੇਰੀ ਕਮਾਲ ਹੈ, ਤੂੰ ਅੰਦਰੋਂ ਆਉਣਾ ਤੇ ਤੂੰ ਸਾਨੂੰ ਰਾਸਤੇ ਪਾਉਣਾ ਤੇ ਸਾਨੂੰ ਆਪਣੇ ਅੰਦਰ ਜੋੜਦਾ ਤੇ ਸਾਡੇ ਅੰਦਰੋਂ ਤੂੰ ਪ੍ਰਕਾਸ਼ ਹੋਣਾ ਤੇ ਲੋਕ ਤੈਨੂੰ ਦੇਖਦੇ ਨੇ ਸਾਡੇ ਸਰੀਰਾਂ ਵਿੱਚੋਂ ਤੇ ਅਸੀਂ ਤੇਰੇ ਵੱਲ ਜਾਂਦੇ ਹਾਂ। ਜੇ ਲੋਕ ਸਲਾਹੇ ਤਾਂ ਤੇਰੀ, ਜਦੋਂ ਲੋਕ ਆਪਣੀ ਪ੍ਰਸ਼ੰਸਾ ਕਰਦੇ ਤੇ ਅਸੀਂ ਤੇਰੇ ਵੱਲ ਜਾਂਦੇ ਹਾਂ। ਅਸੀਂ ਘਟ ਬੈਠੇ ਰੱਬ ਦੀ ਪ੍ਰਸ਼ੰਸਾ ਕਰਦੇ ਹਾਂ। ਐਸੀ ਅਵਸਥਾ ਦਾ ਜਿਹੜੀ ਕਿਰਿਆ ਹੈ ਨਾ, ਉਹ ਵਾਹਿਗੁਰੂ ਸ਼ਬਦ ਨੂੰ ਅਨਫੋਲਡ ਕੀਤਿਆਂ, ਵਾਹਿਗੁਰੂ ਸ਼ਬਦ ਨੂੰ ਸਮਝਿਆ, ਵਾਹਿਗੁਰੂ ਸ਼ਬਦ ਦੇ ਨਾਲ ਜੀਵਨ ਨੂੰ, ਮਨ ਨੂੰ ਬਣਾ ਕੇ ਗਾਉਂਦਿਆਂ ਪ੍ਰਾਪਤ ਹੁੰਦੀ ਹੈ। ਧਿਆਨ, ਬਹੁਤ ਵੱਡੀ ਅਵਸਥਾ ਹੈ। ਕਹਿੰਦੇ ਆਹ ਨਾਮ ਦਾ ਜਿਹੜਾ ਤੱਤ ਹੈ, ਕਹਿੰਦੇ ਸਭ ਹੀ ਸਿਰ ਜਪ ਹੈ, ਕਹਿੰਦੇ ਸਾਰੇ ਜਾਪਾਂ ਨਾਲੋਂ ਵੱਡਾ ਸਿਰਮੌਰ ਜਾਪ ਹੈ। ਧਿਆਨ, ਕਹਿੰਦੇ ਕੇਵਲ ਨਿਰਾਕਾਰ ਦੇ ਨਾਲ ਮਾਇਆ ਵਿੱਚ ਰਹਿੰਦੇ ਹਾਂ ਜੁੜਦੇ ਰਹਿਣਾ, ਇਹ ਨਾਮ ਹੈ। ਨਾਮ ਦਾ ਅਰਥ ਹੈ, ਕਹਿੰਦੇ ਭਾਈ ਮਾਇਆ ਵਿੱਚ ਰਹਿੰਦਿਆਂ ਨਿਰਾਕਾਰ ਵੱਲ ਤੁਰਨਾ, ਸ਼ਬਦਾਂ ਰਾਹੀਂ ਨਿਰਾਕਾਰ ਨੂੰ ਐਡਰੈਸ ਕਰਨਾ, ਸਰੀਰ ਵਿੱਚ ਰਹਿੰਦਿਆਂ ਸੰਸਾਰ ਵਿੱਚ ਕਰਮ ਕਰਦੇ ਆ। ਧਿਆਨ ਰੱਖਣਾ, ਕਿਤੇ ਵੀ ਭੁੱਲ ਕੇ ਮਾਇਆ ਨੂੰ ਦਾ ਪ੍ਰਸ਼ੰਸਾ ਨਹੀਂ ਕਰਨੀ, ਸਰੀਰ ਦੀ ਪ੍ਰਸ਼ੰਸਾ ਨਹੀਂ ਕਰਨੀ। ਦੇਖੋ ਨਾਨਕ ਸੱਚੇ ਪਾਤਸ਼ਾਹ ਨੇ ਹੁਣੇ ਆਪ ਜੀ ਨੇ ਸ਼ਬਦ ਪੜਿਆ ਨਾ, ਕਿਹਾ ਭਾਈ ਉਸ ਰੱਬ ਨੂੰ ਸੇਵਨ ਵਾਸਤੇ ਉਸ ਰੱਬ ਨੂੰ ਗਾਇਓ ਜਿਹਦਾ ਕੋਈ ਮਾਈ ਤੇ ਬਾਪ ਨਹੀਂ ਹੈ, ਹਨਾ। ਕਿੰਨਾ ਕਲੀਅਰ ਸ਼ਬਦ ਸੀ ਉਹ, ਧਿਆਨ ਰੱਖ। ਸੋ ਆਏ ਕਦੇ ਵੀ ਆਪਣੀ ਪੂਜਾ ਨਹੀਂ ਕਰਾਉਣੀ, ਆਪਣੀ ਪੂਜਾ ਦੀ ਚੱਕਰ ਚ ਨਹੀਂ ਜਾਣਾ, ਆਪਣੀ ਪ੍ਰਸ਼ੰਸਾ ਦੇ ਚੱਕਰ ਚ ਨਹੀਂ ਜਾਣਾ ਸੰਸਾਰ ਵਿੱਚ। ਕਹਿੰਦੇ ਭਾਈ ਘਟ ਬੈਠੇ ਰੱਬ ਦੀ ਪ੍ਰਸ਼ੰਸਾ ਹੋਵੇ। ਧਿਆਨ, ਇਹ ਸਿੱਖ ਨੇ ਜੀਵਨ ਵਿੱਚ ਆਪਣਾ ਪਾਰ ਉਤਾਰਾ ਉਹਦਾ ਸਿੱਖ ਦਾ ਤਾਂ ਹੋਣਾ ਜਿਹੜਾ ਜਪ ਰਿਹਾ, ਬੋਲ ਰਿਹਾ, ਰਹਿ ਰਿਹਾ, ਉਹ ਤਾਂ ਹੋਣਾ ਜੇ ਘਟ ਬੈਠਾ ਰੱਬ ਅੰਦਰੋਂ ਬਾਹਰ ਆਵੇ ਤੇ ਸਿੱਖ ਕਹੇ ਵਾਹਿਗੁਰੂ। ਧਿਆਨ, ਕਿ ਵਾਹ ਮੇਰੇ ਗੁਰੂ, ਅੰਦਰੋਂ ਆਉਣ ਵਾਲਾ ਘਟ ਬੈਠੇ ਰੱਬ ਦਾ ਐਕਸਪ੍ਰੈਸ਼ਨ ਇਸ ਸੰਸਾਰ ਵਿੱਚ, ਇਸ ਸਰੀਰ ਤੋਂ ਬਾਹਰ। ਕਹਿੰਦੇ ਮੇਰੇ ਮਾਲਕ ਇਹ ਤੂੰ ਆਪ ਐਕਸਪ੍ਰੈਸ ਕਰ ਰਿਹਾ, ਇਹ ਤੇਰਾ ਆਪਣਾ ਐਕਸਪ੍ਰੈਸ਼ਨ ਹੈ। ਕਹਿੰਦੇ ਵਿਨ ਨਾਵੈ ਦੁੱਖ ਕਾਲ ਸੰਤਾਪ ਹੈ। ਹੁਣ ਇੱਥੇ ਨਾਵੈ ਸ਼ਬਦ ਹੈ, ਦੇਖੋ ਉੱਪਰ ਨਾਮ ਸੀ, ਇੱਥੇ ਨਾਵੈ, ਯਾਨੀ ਬਿਨਾਂ ਨਿਰਾਕਾਰ ਦੀ ਵਾਹ ਵਾਹ ਕੀਤਿਆਂ। ਧਿਆਨ ਰੱਖਣਾ, ਇਹ ਸਭ ਤੋਂ ਅਖੀਰਲੀ ਸਟੇਜ ਹੈ, ਵਾਹ ਵਾਹ ਕਰਨੀ। ਵਾਹ ਵਾਹ ਦਾ ਵੱਡਾ ਤਮਾਸ਼ਾ, ਬਹੁਤ ਵੱਡਾ ਤਮਾਸ਼ਾ ਹੈ ਸੰਸਾਰ ਵਿੱਚ, ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਫਿਰ ਬਿਨਾਂ ਵਾਹ ਵਾਹ ਕੀਤਿਆਂ ਜੀਵਨ ਚ ਦੁੱਖ ਲੱਗਦਾ ਹੈ, ਕਾਲ ਤਕਲੀਫ ਦਿੰਦਾ ਹੈ। ਜਿਹੜਾ ਵਾਹ ਵਾਹ ਕਰਦਾ ਹੈ ਉਹਨੂੰ ਦੁੱਖ ਨਹੀਂ ਵਿਆਪਦਾ, ਕਾਲ ਨਹੀਂ ਉਸ ਨੂੰ ਸੰਤਾਪ ਦੇ ਸਕਦਾ। ਧਿਆਨ ਰੱਖਣਾ। ਸੋ ਇਤਨਾ ਕਲੀਅਰ ਸ਼ਬਦ ਹੈ ਮਹਾਰਾਜ ਦਾ, ਇਤਨਾ ਕਲੀਅਰ ਉਪਦੇਸ਼ ਹੈ ਸੱਚੇ ਪਾਤਸ਼ਾਹ ਦਾ। ਕਹਿੰਦੇ ਤੱਤੋ ਤਤ ਮਿਲੈ ਮਨ ਮਾਨੈ, ਇਹ ਤੱਤ ਹੈ, ਯਾਨੀ ਜੀਵਨ ਦੇ ਵਿੱਚ ਕੋਈ ਇੱਧਰ ਦੀ ਉੱਧਰ ਦੀ ਗੱਲ ਨਹੀਂ ਕੀਤੀ, ਤੱਤ ਗਿਆਨ ਦਿੱਤਾ। ਤੱਤ ਗਿਆਨ ਕਿ ਭਾਈ
ਮਾਇਆ ਵਿੱਚ ਵਿਚਰਦਿਆਂ ਨਿਰਾਕਾਰ ਦਾ ਧਿਆਨ ਰੱਖਣਾ, ਨਿਰਾਕਾਰ ਦਾ ਧਿਆਨ ਰੱਖਦਿਆਂ ਵਾਵਾ ਕਰਨੀ, ਤਤ ਗਿਆਨ ਹੈ, ਧਿਆਨ ਰੱਖਣਾ। ਤਤੋ ਤਤ ਮਿਲੇ ਮਨ ਮਨ, ਫਿਰ ਮਨ ਮੰਨਦਾ, ਨਹੀਂ ਤਾਂ ਮਨ ਵਿਚਲਿਤ ਹੋ ਜਾਂਦਾ, ਮਨ ਟਿਕਦਾ ਨਹੀਂ ਹੈ, ਧਿਆਨ ਰੱਖਣਾ। ਮਨ ਆਪਣੇ ਘਰ ਨਹੀਂ ਆਉਂਦਾ, ਨਹੀਂ ਤਾਂ ਕਹਿੰਦੇ ਦੂਜਾ ਭਾਵ ਦੇ ਵਿੱਚ ਸਮਾ ਜਾਂਦਾ, ਦੂਜਾ ਖਤਮ ਹੋ ਜਾਏ, ਮਾਇਆ ਦਾ ਤਾਂ ਧਿਆਨ ਹੀ ਨਾ ਆਵੇ, ਮੇਰਾ ਆਪਣਾ ਖਿਆਲ ਹੀ ਨਾ ਆਵੇ, ਘੱਟ ਬੈਠੇ ਰੱਬ ਦਾ ਧਿਆਨ ਬਣਿਆ ਹੋਵੇ, ਮੇਰਾ ਆਪਣਾਪਨ ਜਿਉਂਦਿਆਂ ਜੀ ਮਿਟ ਜਾਏ। ਕਹਿੰਦੇ ਦੂਜਾ ਜਾਏ ਇਕਤ ਕਰਾਂ ਨੇ, ਕਿ ਜਿਹੜਾ ਮੇਰਾ ਸਰੀਰ ਸੀ ਕਹਿੰਦੇ ਘੱਟ ਬੈਠੇ ਰੱਬ ਦੇ ਵਾਸਤੇ ਸੀ, ਜਿਹੜਾ ਮੇਰੇ ਨੂੰ ਸਵਾਸ ਸੀ ਘੱਟ ਬੈਠੇ ਰੱਬ ਨੂੰ ਯਾਦ ਕਰਨ ਵਾਸਤੇ ਮਹਾਰਾਜ ਨੇ ਦਿੱਤੇ ਸੀ, ਤਾਂ ਕਿ ਮੈਂ ਜਿਉਂਦਿਆਂ ਜੀ ਘੱਟ ਬੈਠੇ ਰੱਬ ਦੇ ਵਿੱਚ ਸਮਾ ਜਾ। ਜੀਵਨ ਚ ਵਿਚਰਾਂ ਸਭ ਕੰਮ ਹੋਣਗੇ, ਰੱਬ ਆਪ ਕਰਦਾ ਹੋਊਗਾ, ਤੇ ਮੇਰਾ ਮਨ ਕਹਿ ਸਕੇ ਕਿ ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਸਾੜਾ, ਤਾਂ ਜਾਣਿਓ ਅਸੀਂ ਤਤ ਗਿਆਨ ਦੇ ਨਾਲ ਜੁੜੇ। ਨਹੀਂ ਤਾਂ ਬੰਦੇ ਕਹਾਣੀਆਂ ਨਾਲ ਜੁੜ ਜਾਂਦੇ, ਨਹੀਂ ਤਾਂ ਬੰਦੇ ਕਿਸੇ ਫੋਟੋਆਂ ਨਾਲ ਜੁੜ ਜਾਂਦੇ ਨੇ, ਨਹੀਂ ਤਾਂ ਕਿਸੇ ਬੰਦੇ ਆਪਣੇ ਆਪ ਨੂੰ ਜਨਾਉਣ ਚ ਪੈ ਜਾਂਦੇ ਨੇ। ਇਸ ਗੱਲ ਦਾ ਬਹੁਤ ਮਹਾਰਾਜ ਨੇ ਧਿਆਨ ਰੱਖਿਆ, ਜੋ ਸਿੱਧਾਂ ਨੂੰ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਬੋਲੇ ਪਵਨਾ ਗਗਨ ਗਰਜੈ, ਕਹਿੰਦੇ ਜਦੋਂ ਐਸੀ ਅਵਸਥਾ ਬੋਲਦੀ ਹੋਏਗੀ ਨਾ, ਪਵਨ ਬੋਲਦਾ ਹੋਏਗਾ, ਫਿਰ ਗਗਨ ਗਰਜਦਾ ਹੋਏਗਾ। ਕਹਿੰਦੇ ਜੀਵਨ ਚ ਜਿਸ ਪਵਨ ਤੋਂ ਸਵਾਸ ਲੈਂਦੇ ਆ, ਜਿਸ ਪਵਨ ਤੋਂ ਪਹਿਲਾਂ ਸਾਰੀ ਸ੍ਰਿਸ਼ਟੀ ਬਣੀ ਹੈ, ਸਾਚੇ ਤੇ ਪਵਨਾ ਪਿਆ, ਕਹਿੰਦੇ ਫਿਰ ਜਿਸ ਪਵਨ ਤੋਂ ਕਹਿੰਦੇ ਆਪਾਂ ਹਰ ਸਵਾਸ ਲੈ ਕੇ ਜਿਉਂਦੇ ਆ ਬੈਠੇ ਆ, ਕਹਿੰਦੇ ਫਿਰ ਉਹ ਗਰਜਦਾ ਹੈ। ਧਿਆਨ ਰੱਖਣਾ, ਜੀਵਨ ਦੇ ਵਿੱਚ ਕਹਿੰਦੇ ਪਵਨ ਬੋਲਦਾ ਹੈ ਤੇ ਗਗਨ ਫਿਰ ਗਰਜਦਾ ਹੈ। ਜਿਸ ਜਿਹੜੀ ਬਦਲ ਆਉਂਦੇ ਨੇ, ਬੱਦਲ ਕਹਿੰਦੇ ਭਾਈ ਇਹ ਪਵਨ ਲੈ ਕੇ ਤੁਰਦੇ ਨੇ, ਧਿਆਨ ਰੱਖਣਾ। ਕਹਿੰਦੇ ਆਏ ਜੀਵਨ ਦੇ ਬੱਦਲ ਗਰਜਦੇ ਨੇ, ਜੀਵਨ ਦਾ ਕਹਿੰਦੇ ਫਿਰ ਜਿੱਥੇ ਬਰਸਾਤ ਹੁੰਦੀ ਹੈ ਉੱਥੇ ਹਰਿਆਲੀ ਹੁੰਦੀ ਰਹਿੰਦੀ, ਜਿੱਥੇ ਇਹ ਬੋਲਦਾ ਹੈ ਉਹ ਸ਼ਬਦ ਕਹਿੰਦੇ ਭਾਈ ਜਿੱਥੇ ਵਰਸਦਾ ਹੈ, ਕਹਿੰਦੇ ਭਾਈ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ, ਹਨਾ। ਕਹਿੰਦੇ ਜਿੱਥੇ ਜਿੱਥੇ ਕਹਿੰਦੇ ਐਸਾ ਪਵਨ ਤਾਂ ਪਵਨ ਗੁਰੂ ਤੋਂ ਕਹਿੰਦੇ ਭਾਈ, ਸ਼ਬਦ ਗੁਰੂ ਤੋਂ ਕਹਿੰਦੇ ਭਾਈ ਜਿਹੜਾ ਬੋਲ ਹੈ ਨਾ, ਇਹਨੂੰ ਅਸੀਂ ਪਵਨ ਗੁਰੂ ਕਹਿੰਦੇ, ਧਿਆਨ ਰੱਖਣਾ। ਕਹਿੰਦੇ ਜੀ ਤੋਂ ਇਹ ਸ਼ਬਦ ਆ ਰਹੇ ਨੇ, ਬਿਨਾਂ ਪਵਨ ਤੋਂ ਸ਼ਬਦ ਨਹੀਂ ਚੱਲ ਸਕਦੇ, ਧਿਆਨ ਰੱਖਣਾ। ਕਹਿੰਦੇ ਭਾਈ ਜਿੱਥੇ ਫਿਰ ਸ਼ਬਦ ਜਾਂਦੇ ਨੇ ਫਿਰ ਉੱਥੇ ਵਰਸਦੇ ਨੇ, ਉਹਦਾ ਅਰਥ ਵਰਸਦਾ ਹੈ। ਕਹਿੰਦੇ ਨਾਨਕ ਨੇਚਲ ਮਿਲਣ ਸਹਿਜੇ, ਕਹਿੰਦੇ ਆਏ ਨਾਨਕ ਪਾਤਸ਼ਾਹ ਕਹਿੰਦੇ ਨੇਚਲ ਹੋਇਆ ਮਨ ਕਹਿੰਦੇ ਘੱਟ ਬੈਠੇ ਰੱਬ ਦੇ ਵਿੱਚ ਸਹਿਜੇ ਮਿਲਦਾ ਹੈ, ਸਹਿਜੇ ਚਲਾਇਮਾਨ ਨਹੀਂ ਹੁੰਦਾ ਮਨ। ਮਨ ਫਿਰ ਇੱਧਰ ਉੱਧਰ ਭਟਕਦਾ ਨਹੀਂ ਹੈ। ਮਨ ਫਿਰ ਕਿਹਦੀ ਪੂਜਾ ਕਰਾਂ, ਕਿਹਦੀ ਪੂਜਾ ਕਰਾਂ, ਕਿਹੜੀ ਫੋਟੋ ਰੱਖਾਂ, ਕਿਹੜਾ ਧਿਆਨ ਰੱਖਾਂ, ਇਹ ਨਹੀਂ ਧਿਆਨ ਦਿੰਦਾ। ਫਿਰ ਮਨ ਦੇ ਬਾਅਦ ਖਿਆਲ ਰਹਿੰਦਾ ਹੈ ਕਿ ਮੈਨੂੰ ਰੱਬ ਦੀ ਉਸ ਕਿਰਿਆ ਨਾਲ ਜੁੜਨਾ ਜਿਹੜਾ ਰੱਬ ਮੇਰੇ ਵਿੱਚ ਹੈ, ਜੀ ਤੋਂ ਇਹ ਸਾਰੀਆਂ ਫੋਟੋਆਂ ਬਣਦੀਆਂ ਨੇ, ਜਿਹੜਾ ਸਾਰੀਆਂ ਫੋਟੋਆਂ ਨੂੰ ਬਣਾਉਂਦਾ ਹੈ ਤੇ ਉਹ ਸਾਰੇ ਫੋਟੋਆਂ ਵਿੱਚੋਂ ਰੱਬ ਆਪ ਕਿਰਿਆ ਕਰਦਾ ਹੈ, ਧਿਆਨ ਰੱਖਣਾ। ਸਹਿਸ ਤਵ ਨੈਣ ਨਾਨਾ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਾਨਾ ਇੱਕ ਤੋਹੀ, ਇਹ ਸਾਰੀਆਂ ਮੂਰਤਾਂ ਮੇਰੀ ਮਾਲਕ ਤੇਰੀਆਂ ਨੇ। ਜੇ ਉਹ ਕਹਿੰਦੇ ਇੱਕ ਵੀ ਮੂਰਤ ਤੇਰੀ ਨਹੀਂ ਹੈ, ਇਹ ਸਾਰੀਆਂ ਮੂਰਤੀਆਂ ਤੇਰੀਆਂ। ਧਿਆਨ, ਜੇ ਕੋਈ ਕਿਸੇ ਇੱਕ ਮੂਰਤ ਦੀ ਧਿਆਨ ਰੱਖਣ ਦੀ ਕੋਸ਼ਿਸ਼ ਕਰੇਗਾ ਉਹ ਫਸ ਜਾਏਗਾ, ਧਿਆਨ ਰੱਖ। ਸੋ ਸੱਚੇ ਪਾਤਸ਼ਾਹ ਦਾ ਬਹੁਤ ਕਲੀਅਰ ਗਿਆਨ ਹੈ, ਤਤ ਗਿਆਨ। ਸੋ ਇਸ ਗਿਆਨ ਨੂੰ ਸਿੱਖ ਨੇ ਹਿਰਦੇ ਚ ਵਸਾਉਣਾ ਹੈ। ਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ ਆਪਾਂ ਫੇਰ ਇੱਕ ਵਾਰ ਪੜਾਂਗੇ। ਮਹਾਰਾਜ ਕਹਿੰਦੇ ਹਨ ਭਾਈ, ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਖ ਕਾਲ ਸੰਤਾਪੈ, ਤਤੋ ਤਤ ਮਿਲੈ ਮਨ ਮਾਨੈ, ਦੂਜਾ ਜਾਏ ਇਕਤ ਘਰ ਆਨੈ, ਬੋਲੇ ਪਵਨਾ ਗਗਨ ਗਰਜੈ, ਨਾਨਕ ਨੇਚਲ ਮਿਲਨ ਸਹਿਜੇ। ਬੋਲੇ ਪਵਨ ਗਗਨ ਗਰਜੈ, ਨਾਨਕ ਨੇਚਲ ਮਿਲਨ ਸਹਿਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਸ਼ਬਦ ਜਿਹੜਾ ਆਊਗਾ, ਅੰਤਰ ਸੁਣਨ ਬਾਹਰ ਸੁਣਨ ਤ੍ਰਿਭਵਨ ਸੁਣਨ ਸੁਣਨ, ਕੱਲ ਨੂੰ ਆਪਾਂ ਇਸ ਸ਼ਬਦ ਦੀ ਵਿਚਾਰ ਕਰਾਂਗੇ। ਬਾਣੀ ਜੀ ਦੀ ਵਿਚਾਰ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਤਰੁੱਟੀਆਂ ਰਹਿ ਗਈਆਂ ਹਨ ਜੀ। ਅਣਜਾਣ